जिन्ने भी सत्कारयोग बजुर्ग नौजवान साडियां मावां ते भैणां पहुंचे ने, सब तो पहला बुलाओ फतेह आखो वाहिगुरू जी का खालसा वाहिगुरू जी की फतेह। सब तो पहला तो असीं ਤੁਹਾਨੂੰ ਵਧਾਈਆਂ ਦਿੰਦੇ ਹਾਂ। ਦਿੱਲੀ ਜਿਹੜਾ ਤੁਸੀਂ ਅੰਦੋਲਨ ਜਿੱਤਿਆ, ਬੜੀ ਵੱਡੀ ਇਤਿਹਾਸਕ ਜਿੱਤ ਹੋਈ ਆ ਪੰਜਾਬ ਦੀ। ਪੰਜਾਬ ਦਾ ਸਿਰ ਉੱਚਾ ਹੋਇਆ ਬਾਪੂ, ਪੰਜਾਬ ਦਾ ਬੜਾ ਸਿਰ ਉੱਚਾ ਹੋਇਆ। ਇਸ ਅੰਦੋਲਨ ਦੇ ਵਿੱਚ ਯੋਗਦਾਨ ਜਿੰਨਾ ਕਿ ਬਜ਼ੁਰਗਾਂ ਦਾ, ਨੌਜਵਾਨਾਂ ਦਾ ਰਿਹਾ, ਉਸ ਤੋਂ ਵੱਡਾ ਯੋਗਦਾਨ ਸਾਡੀਆਂ ਮਾਵਾਂ ਤੇ ਭੈਣਾਂ ਦਾ ਰਿਹਾ ਇਸ ਅੰਦੋਲਨ ਦੇ ਵਿੱਚ ਯੋਗਦਾਨ। ਇਸ ਕਰਕੇ ਬੇਨਤੀਆਂ ਕਰਨ ਆਇਆ, ਤੁਹਾਡੇ ਪਿੰਡਾਂ ਦੇ ਵਿੱਚ ਆਇਆ। ਬੇਨਤੀਆਂ ਇਹ ਨੇ ਕਿ ਪੰਜਾਬ ਦੇ ਅੱਜ ਹਾਲਾਤ ਕੀ ਹੋਏ ਪਏ ਨੇਗੇ। ਪੰਜਾਬ ਦੇ ਅੱਜ ਰਾਜਨੀਤਿਕ ਲੀਡਰਾਂ ਨੇ ਹਾਲਾਤ ਕਿੰਨੇ ਜਿਹੜੇ ਮਾੜੇ ਬਣਾਤੇ। ਬੇਸ਼ੱਕ ਜਿਹੜੇ ਤਿੰਨੇ ਕਾਨੂੰਨ ਆਏ ਸੀਗੇ ਸੈਂਟਰ ਗਵਰਨਮੈਂਟ ਨੇ ਲੈ ਕੇ ਆਂਦੇ ਸੀਗੇ, ਪਰ ਸਭ ਤੋਂ ਪਹਿਲਾਂ ਤਾਂ ਇਹ ਗੱਲ ਦੱਸਣਾ ਚਾਹੁੰਦੇ ਆ ਕਿ 117 ਐਮਐਲਏ ਬਣਦੇ ਨੇਗੇ ਪੰਜਾਬ ਦੇ ਵਿਧਾਨ ਸਭਾ ਦੇ, ਫਿਰ ਲੋਕ ਸਭਾ ਦੇ 13 ਐਮਪੀ ਬਣਦੇ ਨੇਗੇ, ਫਿਰ ਰਾਜ ਸਭਾ ਮੈਂਬਰ ਹੁੰਦੇ ਨੇਗੇ। ਜਦੋਂ ਇਹ ਕਾਨੂੰਨ ਆਏ, ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਕਾਨੂੰਨ ਜਦੋਂ ਆਏ, ਜਦੋਂ ਲਾਗੂ ਹੋ ਗਏ, ਜਦੋਂ ਅਸੀਂ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲੇ ਅਸੀਂ ਵਿਰੋਧ ਕਰਨਾ ਸ਼ੁਰੂ ਕੀਤਾ, ਕਿਸੇ ਵੀ ਰਾਜਨੀਤਿਕ ਪਾਰਟੀ ਨੇ ਪਹਿਲਾਂ ਕੋਈ ਨਿਕਲ ਕੇ ਮੈਦਾਨ 'ਚ ਨਹੀਂ ਆਈ। ਕਿਸੇ ਐਮਐਲਏ ਨੇ ਤਸੀਫਾ ਨਹੀਂ ਦਿੱਤਾ, ਕਿਸੇ ਐਮਪੀ ਨੇ ਤਸੀਫਾ ਨਹੀਂ ਦਿੱਤਾ। ਜਦੋਂ ਲੋਕ ਬੱਚਾ ਸਾਡਾ ਨਿਕਲ ਕੇ ਸੜਕਾਂ ਤੇ ਆ ਗਿਆ, ਸਭ ਤੋਂ ਪਹਿਲਾਂ ਤਾਂ ਇਹੀ ਰਾਜਨੀਤਿਕ ਪਾਰਟੀ ਨੇ ਕਿਹਾ ਵੀ ਕਾਨੂੰਨ ਬੜੇ ਚੰਗੇ ਨੇਗੇ। ਤੁਸੀਂ ਵੀਡੀਓ ਵੀ ਦੇਖੇ ਨੇ, ਅਖਬਾਰਾਂ ਤੇ ਵੀ ਇਹਨਾਂ ਦੇ ਖਬਰਾਂ ਛਪੀਆਂ। ਇਹਨਾਂ ਨੇ ਕਿਵੇਂ ਜਿਹੜਾ ਦਿੱਲੀ ਦਾ ਪੱਖ ਪੂਰਿਆ, ਸੈਂਟਰ ਗਵਰਨਮੈਂਟ ਦਾ ਪੱਖ ਪੂਰਿਆ। ਜਦੋਂ ਸਾਡਾ ਬੱਚਾ ਨਿਕਲ ਕੇ ਆ ਗਿਆ ਸੜਕਾਂ ਤੇ, ਫਿਰ ਕਹਿੰਦੇ ਕਾਨੂੰਨ ਬਹੁਤ ਮਾੜੇ ਨੇਗੇ। ਕੋਈ 2 ਕਿਲੋ ਆਟਾ ਚੱਕੀ ਫਿਰਦਾ, ਕੋਈ ਚਾਹ ਪੱਤੀ ਚੱਕੀ ਫਿਰਦਾ ਸੀਗਾ। ਇਹੀ ਰਾਜਨੀਤਿਕ ਪਾਰਟੀ ਕਹਿੰਦੇ ਫਿਰ ਅਸੀਂ ਲੰਗਰ ਲਾਉਣੇ ਆ ਕਿਸਾਨਾਂ ਲਈ। ਮੇਰਾ ਕਹਿਣ ਦਾ ਭਾਵ ਇਹ ਹੈ ਵੀ ਜਿਨ੍ਹਾਂ ਨੂੰ ਅਸੀਂ ਪਿਛਲੇ ਲੰਮੇ ਸਮੇਂ ਤੋਂ ਵੋਟਾਂ ਪਾਈਆਂ ਨੇਗੀਆਂ, ਕਿਸੇ ਨੇ ਸਾਡਾ ਜਿਹੜਾ ਸਾਡੇ ਹੱਕਾਂ ਦੇ ਲਈ ਪਹਿਰਾ ਨਹੀਂ ਦਿੱਤਾ। ਵੱਡੇ ਵਾਅਦੇ ਕੀਤੇ ਜਾ ਰਹੇ ਨੇ, ਵੱਡੇ ਕੀ ਹੁੰਦਾ ਹੁਣ। ਵੋਟਾਂ ਦਾ ਮਾਹੌਲ ਭਖਿਆ ਪਿਆ, ਚੋਣਾਂ ਦਾ ਮਾਹੌਲ ਪੂਰਾ ਭਖਿਆ ਪਿਆ। ਹਰ ਇੱਕ ਨੂੰ ਇਹ ਹੈ ਕਿ ਰਾਜਨੀਤਿਕ ਪਾਰਟੀ ਨੂੰ ਸਾਡੀ ਸਰਕਾਰ ਬਣ ਜੇ, ਸਾਡੀ ਸਰਕਾਰ ਬਣ ਜੇ। ਇੱਕ ਜਿੰਨੇ ਵੀ ਪਾਰਟੀਆਂ ਦੇ ਉਮੀਦਵਾਰ ਚੋਣ ਲੜ ਰਹੇ ਨੇਗੇ, ਕੀ ਸੋਚ ਇਹਨਾਂ ਦੀ? ਸੋਚ ਸਿਰਫ ਐਮਐਲਏ ਬਣ ਤੱਕ ਖੜੀ ਹੈ, ਇਹ ਤੋਂ ਅੱਗੇ ਕੋਈ ਇਹਨਾਂ ਦੀ ਸੋਚ ਨਹੀਂ ਹੈਗੀ। ਉੱਥੇ ਕੀ ਹੁੰਦਾ, ਰੋਜ਼ ਅਖਬਾਰਾਂ ਟੈਲੀਵਿਜ਼ਨ ਤੇ ਦੇਖਦੇ ਆਂ ਅਸੀਂ, ਕਾਂਗਰਸ ਪਾਰਟੀ ਮਾੜਾ ਕਹੀ ਜਾਂਦੀ ਹੈ, ਬਾਦਲਾਂ ਨੂੰ ਮਾੜਾ ਕਹੀ ਜਾਂਦੀ ਆ, ਬਾਦਲ ਝਾੜੂ ਵਾਲੇ ਨੂੰ ਮਾੜਾ ਕਹੀ ਜਾਂਦੇ, ਝਾੜੂ ਵਾਲੇ ਭਾਜਪਾ ਨੂੰ ਮਾੜਾ ਕਹੀ ਜਾਂਦੇ ਨੇ, ਇੱਕ ਦੂਸਰੇ ਨੂੰ ਗਾਲਾਂ ਕੱਢੀ ਜਾਂਦੇ ਨੇਗੇ। ਅਸੀਂ ਉਹਨਾਂ ਦਾ ਸਵਾਦ ਲਈ ਜਾਂਦੇ। ਅਸੀਂ ਲੋਕ ਨਜ਼ਾਰਾ ਲੈਂਦੇ ਆ ਵੀ ਕਦੋਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਊਗੀ, ਕਦੋਂ ਬਿਕਰਮ ਮਜੀਠੀਆ ਫੜਿਆ ਜਾਊਗਾ। ਇਹ ਸਾਰੇ ਡਰਾਮੇ ਨੇਗੇ, ਸਾਰੀਆਂ ਸੋਚਿਆ ਸਮਝੀਆਂ ਜਿਹੜੀਆਂ ਚਾਲਾਂ ਨੇਗੀਆਂ। ਵੋਟਾਂ ਵੇਲੇ ਵੱਡੇ ਸਟੰਟ ਕੀਤੇ ਜਾਂਦੇ ਨੇਗੇ ਲੋਕਾਂ ਦਾ ਆਪਣੇ ਵੱਲ ਧਿਆਨ ਖਿੱਚਣ ਲਈ। ਪਰ ਪੰਜਾਬ ਦੇ ਮੁੱਦੇ ਕੀ ਨੇਗੇ? ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਕੀ ਹੈ ਇਸ ਟਾਈਮ? ਕੋਈ ਉਹ ਮੁੱਦਿਆਂ ਤੇ ਗੱਲਬਾਤ ਕਰਦਾ? ਕਿਸਾਨ ਤੇ ਮਜ਼ਦੂਰ ਆਪਾਂ ਇੱਥੇ ਬੈਠੇ ਆ। ਪੰਜਾਬ ਦਾ ਮੁੱਖ ਮੁੱਦਾ ਕੀ ਆ? ਅੱਜ ਪੰਜਾਬ 2 ਫਸਲਾਂ ਤੱਕ ਸੀਮਿਤ ਹੈ, ਕਣਕ ਤੇ ਝੋਨੇ ਤੱਕ ਸੀਮਿਤ ਹੈ। ਸਾਡੇ 150 ਫੁੱਟ ਤੇ ਪਾਣੀ ਚਲੇ ਗਏ, 200 ਫੁੱਟ ਤੇ ਪਾਣੀ ਚਲੇ ਗਏ। ਹਵਾ ਸਾਡੀ ਖਰਾਬ ਹੋ ਗਈ, ਪਾਣੀ ਸਾਡਾ ਖਰਾਬ ਹੋ ਗਿਆ, ਧਰਤੀ ਸਾਡੀ ਖਰਾਬ ਹੋ ਗਈ। ਤਿੰਨ ਚੀਜ਼ਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਡੀ ਮਹੱਤਤਾ ਦਿੱਤੀ ਆ। ਪਾਵਨ ਗੁਰੂ, ਪਾਣੀ, ਪਿਤਾ, ਮਾਤਾ, ਧਰਤ, ਮਹੱਤ। ਜਿਨ੍ਹਾਂ ਤਿੰਨਾਂ ਚੀਜ਼ਾਂ ਤੋਂ ਸਾਡਾ ਸਰੀਰ ਬਣਿਆ ਹੋਇਆ ਹੈ। ਅੱਜ ਤਿੰਨੇ ਚੀਜ਼ਾਂ ਸਾਡੇ ਦੂਸ਼ਿਤ ਹੋ ਗਈਆਂ। ਅੱਜ ਤੁਸੀਂ ਘਰਾਂ ਦੇ ਵਿੱਚ ਨਿਗਾਹ ਮਾਰ ਲਓ ਕਿ ਹਰ ਇੱਕ ਘਰ ਦੇ ਫਰਿੱਜ ਉੱਪਰ ਦਵਾਈ ਪਈ ਹੈ। ਹਰ ਇੱਕ ਘਰ ਦਾ 1 ਲੱਖ ਰੁਪਇਆ ਇਲਾਜ ਤੇ ਜਾ ਰਿਹਾ ਬਿਮਾਰੀ ਦਾ 1 ਸਾਲ ਦੇ ਵਿੱਚ। ਘਰ ਬਿਮਾਰੀਆਂ ਆ ਗਈਆਂ। ਪਾਣੀ ਸਾਡੇ ਡੂੰਘੇ ਹੋ ਗਏ। ਕਿਤੇ ਵੀ ਤੁਸੀਂ ਇਹ ਦਿਖਾ ਦਿਓ ਵੀ ਧਰਤੀ ਜਿਹੜੀ ਬਿਨਾਂ ਰੇਹਾਂ ਸਪਰੇਆਂ ਤੋਂ ਜ਼ਹਿਰੀਲੀ ਧਰਤੀ, ਕੋਈ ਕਿਤੇ ਸਾਫ਼ ਸੁਥਰੀ ਧਰਤੀ ਹੈਗੀ ਆ? ਸਾਰੀ ਧਰਤੀ ਦੇ ਵਿੱਚ ਜ਼ਹਿਰਾਂ ਆ ਗਈਆਂ। ਇਹ ਮੁੱਦੇ ਨੇਗੇ ਮੇਨ ਜਿਹੜੇ ਪੰਜਾਬ ਦੇ ਨੇਗੇ। ਕੀ ਕੋਈ ਪੰਜਾਬ ਦੀ ਖੇਤੀਬਾੜੀ ਬਦਲਣ ਦੀ ਗੱਲ ਕਰ ਰਿਹਾ? ਅੱਜ 2 ਫਸਲਾਂ ਤੱਕ ਸੀਮਿਤ ਆ। 70,000 ਰੁਪਏ ਦੀ ਫਸਲ ਹੁੰਦੀ ਹੈ, 70,000 ਰੁਪਏ ਦੀ ਫਸਲ ਹੁੰਦੀ ਹੈ ਸਾਲ ਦੇ ਵਿੱਚੋਂ। ਦੋਨੇ ਫਸਲਾਂ 70,000 ਰੁਪਏ ਤੋਂ ਵੱਧ ਨਹੀਂ ਹੁੰਦੀਆਂ। ਕਿਉਂ ਬਈ? ਹੁੰਦੀਆਂ ਨੇਗੀਆਂ। ਹੁਣ ਮੈਨੂੰ ਇਹ ਦੱਸੋ ਵੀ ਜੇ ਖੇਤੀਬਾੜੀ ਬਦਲਣੀ ਆ, ਬਦਲਣ ਨੂੰ ਕਿੱਡਾ ਕੁ ਵੱਡਾ ਗੱਲ ਹੈ, ਬਦਲੀ ਜਾ ਸਕਦੀ ਹੈ। ਆ ਸਾਡੇ, ਮੈਂ ਆਪਣੇ ਹਲਕੇ ਦੀ ਗੱਲ ਕਰਦਾ, ਸਾਰੇ ਮੇਰੇ ਆਪਣੇ ਪਿੰਡ ਨੇਗੇ। ਅਸੀਂ ਟਿੱਬੇ ਕਰਾ ਕੇ ਜਿਹੜਾ ਝੋਨਾ ਹੋਣ ਲਾਇਆ ਜਦੋਂ ਹਰੀ ਕ੍ਰਾਂਤੀ ਆਈ ਹੈ, ਕੋਈ ਝੋਨਾ ਐਵੇਂ ਨਹੀਂ ਹੋਣ ਲੱਗ ਗਿਆ। ਹੁਣ ਮੈਂ ਪੁੱਛਣਾ ਚਾਹਣਾ ਵੀ ਇਹ ਫਸਲੀ ਚੱਕਰ ਬਦਲਾਅ ਕਿਵੇਂ ਹੋ ਸਕਦਾ? ਮੈਂ ਤੁਹਾਨੂੰ ਦੱਸਣਾ ਚਾਹਣਾ। ਤੁਸੀਂ ਆਲੂ ਬੀਜਦੇ ਹੋ, ਤੁਸੀਂ ਹੋਰ ਜਿਹੜੀਆਂ ਸਬਜ਼ੀਆਂ ਦੀ ਖੇਤੀ ਕਰਦੇ ਹੋ, ਫਰਜ਼ ਕਰੋ ਤੁਸੀਂ ਆਲੂ ਦੀ ਮੈਂ ਗੱਲ ਕਰਦਾ। ਜੋ ਤਾਂ ਅਸੀਂ ਆਲੂ ਪੜਦੇ ਆ, ਉਹ ਤਾਂ ਆਲੂ ਸਾਡਾ 3 ਰੁਪਏ 5 ਰੁਪਏ ਵਿਕਦਾ ਹੈ। ਬਾਅਦ ਚ ਉਹੀ ਆਲੂ ਜਿਹੜੇ ਸਟੋਰਾਂ ਦੇ ਵਿੱਚ ਰੱਖ ਕੇ ਵਪਾਰੀ ਉਹੀ ਆਲੂ 30-40 ਰੁਪਏ ਕਿਲੋ ਵੇਚਦੇ ਨੇਗੇ।
ਹੁਣ ਜੇ ਪਿਆਜ਼ ਦੀ ਗੱਲ ਕਰੀਏ, ਗੰਡੇ ਦੀ ਗੱਲ ਕਰੀਏ, ਗੰਡਾ ਅਸੀਂ ਜਦੋਂ ਪੜਦੇ ਉਦੋਂ 3 ਰੁਪਏ 5 ਰੁਪਏ 10 ਰੁਪਏ ਵਿਕਦਾ, ਬਾਅਦ ਚ ਉਹੀ ਗੰਡਾ 100 ਰੁਪਏ ਵਿਕਦਾ। ਅਸੀਂ ਇਹ ਸਬਜ਼ੀਆਂ ਦੀ ਖੇਤੀ ਕਰ ਸਕਦੇ ਹਾਂ, ਪਰ ਇਹਦੇ ਲਈ ਸਾਨੂੰ ਸਟੋਰਾਂ ਦੀ ਲੋੜ ਹੈ, ਇਹਦੇ ਲਈ ਸਾਨੂੰ ਸਟੋਰਾਂ ਦੀ ਲੋੜ ਹੈ। ਅਸੀਂ ਫਲਾਂ ਦੀ ਖੇਤੀ ਵੀ ਕਰ ਸਕਦੇ ਹਾਂ, ਪਰ ਇਹ ਕੰਮ ਕਿਹਦੇ ਕਰਨ ਵਾਲੇ ਨੇ? ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਨੇਗੇ। ਸਰਕਾਰਾਂ ਤੁਹਾਨੂੰ ਕਿਹੜੀ ਗੱਲ ਪਿੱਛੇ ਲਾ ਰਹੀਆਂ ਨੇਗੀਆਂ? ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਕਿ ਅਸੀਂ 1000 ਰੁਪਇਆ ਭੈਣਾਂ ਨੂੰ ਦੇਵਾਂਗੇ, 1000 ਰੁਪਏ ਦੇਵਾਂਗੇ, ਅਸੀਂ ਬਿਜਲੀ ਫ੍ਰੀ ਦੇਵਾਂਗੇ, ਅਸੀਂ ਆਟਾ ਦਾਲ ਸਕੀਮ ਫ੍ਰੀ ਦੇਵਾਂਗੇ। ਇਹ ਫ੍ਰੀ ਵਾਲੇ ਪਿੱਛੇ, ਲਾਲਚ ਪਿੱਛੇ ਸਾਨੂੰ ਲਾਇਆ ਜਾ ਰਿਹਾ। ਹੁਣ ਨਵਜੋਤ ਸਿੰਘ ਸਿੱਧੂ ਨੇ ਕੱਲ ਕੀ ਦਿੱਤਾ, ਪਰਸੋਂ ਕੀ ਕਿਹਾ ਨਵਜੋਤ ਸਿੰਘ ਸਿੱਧੂ ਨੇ? ਆਪਾਂ ਨੂੰ ਇਹ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਹੈ, ਖਾਸ ਕਰਕੇ ਨੌਜਵਾਨਾਂ ਨੂੰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਕਹਿੰਦਾ 2000 ਰੁਪਏ ਦੇਊਂਗਾ ਸੀ, ਕੇਜਰੀਵਾਲ ਨੇ 1000 ਰੁਪਇਆ ਕਿਹਾ ਸੀਗਾ, ਤੇ ਬਾਦਲਾਂ ਨੇ ਵੀ 2000 ਕਹਿਤਾ, ਤੇ ਇਧਰ ਕਾਂਗਰਸ ਨੇ ਵੀ 2000 ਰੁਪਇਆ ਕਹਿਤਾ ਵੀ ਅਸੀਂ ਜਿਹੜੀਆਂ ਮਾਵਾਂ ਭੈਣਾਂ ਦੇ ਖਾਤਿਆਂ ਦੇ ਵਿੱਚ 2-2000 ਰੁਪਇਆ ਇੱਕ ਮਹੀਨੇ ਦਾ ਪਾਇਆ ਕਰਾਂਗੇ। ਨਾਲ ਸਿਲੰਡਰ ਕਹਿਤਾ ਵੀ ਅਸੀਂ ਨਾਲ ਜਿਹੜਾ ਸਿਲੰਡਰ ਫ੍ਰੀ ਦਿਆ ਕਰਾਂਗੇ। ਜਿਹੜੀ ਇਹ ਫ੍ਰੀ ਵਾਲੀ ਰਾਜਨੀਤੀ ਚੱਲ ਰਹੀ ਹੈ, ਮੈਂ ਤੁਹਾਨੂੰ ਇੱਕ ਪੁੱਛਣਾ ਚਾਹਣਾ ਗੱਲ ਵੀ ਇਹ ਫ੍ਰੀ ਲੈ ਕੇ ਕਿੱਥੋਂ ਆਉਣਗੇ? ਅੱਜ ਪੰਜਾਬ ਜੁਮੇ 3.5 ਲੱਖ ਕਰੋੜ ਦਾ ਕਰਜ਼ਾ ਪੰਜਾਬ ਜੁਮੇ। ਪੰਜਾਬ ਇੰਨਾ ਵਿਆਜ ਤੁਹਾਨੂੰ ਪਤਾ ਪੰਜਾਬ ਕਿੰਨਾ ਭਰ ਰਿਹਾ ਹੈ? ਕਿੱਡੀ ਜਿਹੜੀ ਪੰਜਾਬ ਦੀ ਕਰਜ਼ੇ ਦੀ ਪੰਡ ਹੈ। ਜਿਹੜਾ ਜਿੰਨਾ ਪੈਸਾ ਪੰਜਾਬ ਦੇ ਵਿਕਾਸ ਤੇ ਲੱਗਣਾ, ਕੰਮਾਂ ਕਾਰਾਂ ਤੇ ਲੱਗਣਾ, ਉਹਦਾ ਪੰਜਾਬ ਵਿਆਜ ਭਰ ਰਿਹਾ ਸੈਂਟਰ ਗਵਰਨਮੈਂਟ ਉੱਤੇ, ਰਿਜ਼ਰਵ ਬੈਂਕ ਨੂੰ। ਕੋਈ ਕਰਜ਼ਾ ਤਾਰਨ ਵਾਲੀ ਗੱਲ ਹੋ ਰਹੀ ਹੈ? ਕੋਈ ਕਿਸਾਨ ਨੂੰ ਜਿਹੜਾ ਖੇਤੀਬਾੜੀ ਬਦਲਾਅ ਕਰਨਾ ਹੈ, ਕਿਸਾਨ ਨੂੰ ਕਿਵੇਂ ਜਿਹੜੀ ਖੇਤੀਬਾੜੀ ਢਾਂਚਾ ਬਦਲਣਾ ਹੈ, ਕੋਈ ਢਾਂਚਾ ਬਦਲਣ ਦੀ ਉਹਦੀ ਗੱਲ ਹੋ ਰਹੀ ਹੈ? ਅੱਜ ਕਿਹੜਾ ਨੌਜਵਾਨ ਮੈਨੂੰ ਦੱਸੋ ਕਿ ਪੰਜਾਬ ਦੇ ਵਿੱਚ ਕੋਈ ਰਹਿ ਕੇ ਰਾਜੀ ਹੈ? ਸਾਰਾ ਪੰਜਾਬ ਵਿਹਲਾ ਹੋਈ ਤੁਰਿਆ ਜਾਂਦਾ। ਕੋਈ ਕੈਨੇਡਾ ਨੂੰ ਭੱਜੀ ਜਾਂਦਾ, ਕੋਈ ਅਮਰੀਕਾ ਨੂੰ ਭੱਜੀ ਜਾਂਦਾ। ਜਿੱਥੇ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਜਾ ਰਹੇ ਹਾਂ, ਉੱਥੇ ਗੋਡੇ ਗੋਡੇ ਬਰਫ਼ ਪਈ ਹੈ, ਗੋਡੇ ਗੋਡੇ ਬਰਫ਼ ਆ ਬੇਬੇ। ਜੇ ਤੁਹਾਡੇ ਵਰਗੇ ਉੱਥੇ ਵੀ ਚਲੀ ਜਾਵੇ ਨਾ ਬਾਹਰਲੇ ਦੇਸ਼, ਉੱਥੇ ਜਾ ਕੇ ਉੱਥੇ ਐਂਡ ਤੱਕ ਕਦੋਂ ਚੜਾਈ ਕਰ ਜੇ, ਬਰਫ਼ ਹੀ ਇੰਨੀ ਹੈ। ਅਸੀਂ ਉਹ ਧਰਤੀ ਤੇ ਜਾ ਰਹੇ ਹਾਂ, ਇੱਥੇ ਭੁੱਜੇ ਹੋਏ ਦਾਣੇ ਹਰੇ ਹੁੰਦੇ ਨੇਗੇ। ਤੁਸੀਂ ਮੈਨੂੰ ਇੱਕ ਬੇਬੇ ਹੱਥ ਖੜੇ ਕਰਕੇ ਦੱਸੋ। ਪਹਿਲਾਂ ਮੈਂ ਮਾਮਾ ਭੈਣਾਂ ਨੂੰ ਪੁੱਛਣਾ ਚਾਹਣਾ, ਕੀ ਜੇ ਤੁਹਾਨੂੰ 1000 ਰੁਪਏ ਮਹੀਨਾ ਦੇਣਗੇ ਤੁਸੀਂ ਲੈ ਲਓਗੇ? ਦੱਸੋ ਬੇਬੇ, ਲਾਉਂਗੀਆਂ? ਫ੍ਰੀ ਵਾਲੀ ਰਾਜਨੀਤੀ ਕੀ ਕਰ ਰਹੇ ਨੇ? ਲੋੜ ਕਾਦੀ ਹੈ? ਸਭ ਤੋਂ ਵੱਡੀ ਲੋੜ ਹੈ ਕਿਸਾਨ ਦੀ। ਇਸ ਤੋਂ ਬਾਅਦ ਮੈਂ ਮਜ਼ਦੂਰ ਤੇ ਆਉਣਾ। ਸਭ ਤੋਂ ਪਹਿਲਾਂ ਮੈਂ ਗੱਲ ਕਿਸਾਨ ਦੀ ਕਰਦਾ। ਜੇ 4-5 ਲੱਖ ਰੁਪਏ ਦੀ ਆਮਦਨ ਹੋ ਜੇ ਕਿਸਾਨ ਦੀ ਇੱਕ ਕਿੱਲੇ ਦੇ ਵਿੱਚੋਂ, ਤਾਂ ਕਿਹੜਾ ਕਿਸਾਨ ਦਾ ਧੀ ਪੁੱਤ ਬਾਹਰ ਜਾਊਗਾ? ਕਿਸੇ ਨੇ ਬਾਹਰ ਨਹੀਂ ਜਾਣਾ। ਇੱਥੇ ਅਸੀਂ ਕੰਮ ਕਰਾਂਗੇ। ਜਦੋਂ ਸਾਡੀ ਇੱਥੇ ਆਮਦਨ ਵੱਧ ਗਈ ਤਾਂ ਅਸੀਂ ਬਾਹਰ ਕੀ ਕਰਨ ਜਾਵਾਂਗੇ? ਅਸੀਂ ਆਪਣਾ ਜਿਹੜੀਆਂ ਲਿਮਟਾਂ ਨੇ ਅਸੀਂ ਕਰਜ਼ਾ ਆਪੇ ਉਤਾਰ ਸਕਦੇ ਹਾਂ। ਸਾਨੂੰ ਤਾਰਨਾ ਹੁੰਦਾ, ਅਸੀਂ ਤਾਰ ਲਾਂਗੇ। ਆਪਣੀ ਲੋੜ ਆ ਸਾਡੀ ਆਮਦਨ ਵਧਾਉਣ ਦੀ। ਖੇਤੀਬਾੜੀ ਢਾਂਚਾ ਬਦਲੋ, ਪੰਜਾਬ ਦੇ ਵਿੱਚ ਸਟੋਰ ਬਣਾਓ, ਜਿਵੇਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਨੇ, ਬਾਹਰਲੇ ਕੰਟਰੀਆਂ ਦੇ ਵਿੱਚ ਨੇਗੇ। ਸਟੋਰ ਬਣਾਓ, ਉਹਨਾਂ ਸਟੋਰਾਂ ਦੇ ਉੱਪਰ ਫਿਰ ਮਜ਼ਦੂਰਾਂ ਦੇ ਧੀ ਪੁੱਤ ਕੰਮ ਕਰਨਗੇ। ਮਜ਼ਦੂਰਾਂ ਦੇ ਧੀ ਪੁੱਤਾਂ ਨੂੰ ਰੁਜ਼ਗਾਰ ਦਿਓ, ਕੰਮ ਦਿਓ, ਨਾ ਕਿ ਤੁਸੀਂ ਫ੍ਰੀ ਵਾਲੀ ਰਾਜਨੀਤੀ ਕਰੋ। ਆਟਾ ਦਾਲ ਸਕੀਮ ਦੇਵਾਂਗੇ, ਅਸੀਂ ਆਹ ਦੇਵਾਂਗੇ, ਅਸੀਂ ਬਿਜਲੀ ਦੇ ਬਿੱਲ ਫ੍ਰੀ ਕਰ ਦਾਂਗੇ। ਜੇ ਮਜ਼ਦੂਰ ਦੇ ਇੱਕ ਧੀ ਪੁੱਤ ਦੀ ਆਮਦਨ 40-50 ਹਜ਼ਾਰ ਰੁਪਇਆ ਮਹੀਨੇ ਦਾ ਕਮਾਉਂਦਾ ਹੋਊ, ਤਾਂ ਉਹ ਬਿਜਲੀ ਦਾ ਬਿੱਲ ਵੀ ਭਰ ਸਕਦਾ, ਉਹ ਆਟਾ ਦਾਲ ਸਕੀਮ ਵੀ ਆਟਾ ਦਾਲ ਵੀ ਖਰੀਦ ਸਕਦਾ, ਉਹ ਸਾਰਾ ਕੁਝ ਖਰੀਦ ਸਕਦਾ, ਆਪਣਾ ਚੰਗਾ ਜਿਹੜਾ ਜੀਵਨ ਉਹ ਗੁਜ਼ਾਰਾ ਕਰ ਸਕਦਾ। ਇਹ ਚੀਜ਼ਾਂ ਸਾਰੀਆਂ ਹੋ ਸਕਦੀਆਂ ਨੇਗੀਆਂ। ਜਿਨ੍ਹਾਂ ਦੇਸ਼ਾਂ ਦੇ ਵਿੱਚ ਇੰਨੀ ਬਰਫ਼ ਪਈ ਆ, ਜਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਸਾਡੇ ਮਜ਼ਦੂਰਾਂ ਦੇ ਧੀ ਪੁੱਤ ਜਾ ਰਹੇ ਨੇ, ਮਜ਼ਦੂਰਾਂ ਦੇ ਧੀ ਪੁੱਤ ਕੋਈ ਦੁਬਈ ਜਾ ਰਿਹਾ, ਕੋਈ ਸਾਊਦੀ ਅਰਬ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਉਹ ਅਰਬ ਕੰਟਰੀ ਦੇ ਵਿੱਚ ਜਾ ਰਹੇ ਨੇ। ਉੱਥੇ ਗਰਮੀ ਪਤਾ ਕਿੰਨੀ ਪੈਂਦੀ ਹੈ? 50-50 ਡਿਗਰੀ ਗਰਮੀ ਪੈਂਦੀ ਹੈ ਉੱਥੇ, ਜਿੱਥੇ ਸਾਡੇ ਮਜ਼ਦੂਰਾਂ ਦੇ ਧੀ ਪੁੱਤ ਜਾ ਰਹੇ ਨੇ। ਸਾਡੀ ਪੰਜਾਬ ਦੀ ਕਿੰਨੀ ਵਧੀਆ ਧਰਤੀ ਹੈ। ਸਾਡੀ ਉਸ ਇੰਨੀ ਸੋਹਣੀ ਧਰਤੀ ਨੂੰ, ਜਿੱਥੇ ਕਿ ਹਰ ਇੱਕ ਤਰ੍ਹਾਂ ਦਾ ਮੌਸਮ ਹੈ, ਉਹ ਧਰਤੀ ਨੂੰ ਛੱਡ ਕੇ ਸਾਡੇ ਨੌਜਵਾਨ ਬਾਹਰ ਜਾ ਰਹੇ ਨੇਗੇ। ਆਹ ਫ੍ਰੀ ਵਾਲੀਆਂ ਗੱਲਾਂ ਹੋ ਰਹੀਆਂ ਨੇਗੀਆਂ। ਕਿਸੇ ਨੇ ਕੁਝ ਨਹੀਂ ਦੇਣਾ। ਇਹ ਗੱਲਾਂ ਤੁਹਾਨੂੰ ਸਮਝਾਉਣ ਲਈ, ਤੁਹਾਨੂੰ ਦੱਸਣ ਲਈ ਆਇਆ ਕਿ ਇਹ ਜਿਹੜਾ ਸਾਰਾ ਕੁਝ ਕਰ ਰਹੇ ਨੇ। ਤਿੰਨੇ ਜਦੋਂ ਕਾਨੂੰਨ ਆਏ ਨੇਗੇ, ਕਿਹਨੇ ਤੁਹਾਡੇ ਤੇ ਪਹਿਰਾ ਦਿੱਤਾ? ਮੈਨੂੰ ਇੱਕ ਗੱਲ ਦੱਸੋ, ਵੀ ਦਿੱਤਾ ਕਿਸੇ ਨੇ ਪਹਿਰਾ? ਪਰ ਉਹੀ ਡਰਾਮੇ ਸਾਰੇ ਚੱਲ ਰਹੇ ਨੇ। ਬਹੁਤ ਸਾਰੇ ਗੱਲਾਂ, ਇੱਕ ਮੈਂ ਇੱਥੇ ਜਿਹੜੀ ਗੱਲ ਕਹਿਣਾ ਚਾਹਣਾ, ਖਾਸ ਕਰਕੇ ਚੌਂ ਵਾਲੇ ਨਗਰ ਨਿਵਾਸੀ ਗੱਲ ਸੁਣ ਲਿਓ। ਇੱਥੇ ਆਮ ਆਦਮੀ ਪਾਰਟੀ ਵਾਲੇ ਵੀ ਬੋਲਣ ਆਉਣਗੇ, ਝਾੜੂ ਵਾਲੇ ਬੋਲਣ ਆਉਣਗੇ, ਇੱਥੇ ਬਾਦਲ ਵਾਲੇ ਵੀ ਬੋਲਣ ਆਉਣਗੇ, ਇੱਥੇ ਕਾਂਗਰਸ ਵਾਲੇ ਵੀ ਬੋਲਣ ਆਉਣਗੇ। ਉਹਨਾਂ ਕੋਲ ਇੱਕ ਗੱਲ ਹੋਣੀ ਹੈ ਵੀ ਲੱਖਾ ਸਾਣਾ ਆਜ਼ਾਦ ਖੜਾ, ਵੀ ਆਜ਼ਾਦ ਜਿੱਤ ਕੇ ਕੀ ਕਰੂਗਾ? ਸਾਡਾ ਲੱਖਾ ਬਾਈ, ਅਸੀਂ ਦਿਲੋਂ ਜੁੜੇ ਹੋਏ ਆ ਉਸ ਨਾਲ, ਵੀ ਆਜ਼ਾਦ ਖੜਾ, ਆਜ਼ਾਦ ਜਿੱਤ ਕੇ ਕੀ ਕਰੂਗਾ? ਸਭ ਤੋਂ ਪਹਿਲਾਂ ਤੁਹਾਨੂੰ ਸਵਾਲ ਦਾ ਜਵਾਬ ਮੈਂ ਹੀ ਦੇਣ ਲਈ ਜਾ ਰਿਹਾ। ਧਿਆਨ ਨਾਲ ਗੱਲ ਸੁਣ ਲਿਓ, ਵੀ ਲੱਖਾ ਸਾਣਾ ਜਿੱਤ ਕੇ ਕੀ ਕਰੂਗਾ? ਇਹ ਬੜਾ ਵੱਡਾ ਸਵਾਲ ਹੈ। ਇੱਥੇ ਆ ਕੇ ਬੋਲਣਗੇ। ਹੋ ਸਕਦਾ ਵੀ ਇਹ ਵੀ ਗੱਲ ਕਹਿਣ ਵੀ ਲੱਖਾ ਸਾਣਾ ਇੱਕ ਗੈਂਗਸਟਰ ਹੈ, ਗੈਂਗਸਟਰ ਰਿਹਾ ਲੱਖਾ ਸਾਣਾ, ਕਿਉਂਕਿ ਜਿਵੇਂ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਨੇ, ਇਹ ਸਾਰੀਆਂ ਗੱਲਾਂ ਬੋਲਣਗੇ। ਇਹ ਸਾਰੀਆਂ ਗੱਲਾਂ ਦਾ ਮੈਂ ਕੱਲੀ ਕਰਕੇ ਤੁਹਾਨੂੰ ਜਵਾਬ ਦੇ ਦਿੰਦਾ। ਇਹ ਕਹਿਣਗੇ ਵੀ ਲੱਖਾ ਸਾਣਾ ਆਜ਼ਾਦ ਖੜਾ ਹੋਇਆ।
ਜੰਗਲ ਦੇ ਵਿੱਚ ਸ਼ੇਰ ਇੱਕੋ ਹੀ ਹੁੰਦਾ, ਗਿੱਦੜਾਂ ਦੀਆਂ ਬੜੀਆਂ ਡਾਰਾਂ ਹੁੰਦੀਆਂ ਨੇਗੀਆਂ, ਗਿੱਦੜ ਬੜੇ ਤੁਰੇ ਫਿਰਦੇ ਨੇਗੇ। ਲੱਖੇ ਸਹਾਣੇ ਦਾ ਕੀ ਕਿਰਦਾਰ ਆ ਅੱਜ, ਜੋ ਲੱਖਾ ਸਹਾਣਾ ਅੱਜ ਪੰਜਾਬ ਲਈ ਕੀ ਕਰ ਰਿਹਾ ਹੈ। ਅਸੀਂ ਮਾਝੇ ਦੇ ਵਿੱਚ ਜਾਂਦੇ ਆ, ਉਹ ਕਹਿੰਦੇ ਲੱਖਾ ਸਹਾਣਾ ਸਾਨੂੰ ਦਿਓ, ਅਸੀਂ ਇੱਥੋਂ ਖੜਾ ਕਰਨਾ, ਸਾਡੇ ਵੱਲ ਲੱਖਾ ਸਹਾਣਾ ਆਵੇ, ਅਸੀਂ ਲੱਖੇ ਸਹਾਣੇ ਨੂੰ ਇੱਥੋਂ ਜਿਤਾਵਾਂਗੇ। ਅਸੀਂ ਇੱਧਰ ਦਬਾਬੇ ਦੇ ਵਿੱਚ ਜਾਂਦੇ ਆ, ਉਹ ਕਹਿੰਦੇ ਲੱਖਾ ਸਹਾਣੇ ਨੂੰ ਇੱਥੇ ਸਾਡੇ ਇੱਧਰ ਭੇਜੋ, ਅਸੀਂ ਇੱਥੋਂ ਜਿਤਾ ਕੇ ਭੇਜਾਂਗੇ ਉਹਨੂੰ ਵਿਧਾਨ ਸਭਾ। ਪਰ ਲੱਖੇ ਸਹਾਣੇ ਲਈ ਜਿਹੜਾ ਮੌੜ ਹਲਕਾ ਚੁਣਿਆ ਗਿਆ, ਕਿਉਂਕਿ ਇੱਥੇ ਸਾਡੇ ਆਪਣੇ ਲੋਕ ਨੇ, ਸਾਡੇ ਆਪਣੇ ਪਿੰਡ ਨੇ। ਵੈਸੇ ਲੱਖੇ ਸਹਾਣਾ ਸਾਰਾ ਪੰਜਾਬ ਹੀ ਆਉਂਦਾ। ਲੱਖਾ ਸਹਾਣਾ ਜਿੱਤ ਕੇ ਕੀ ਕਰੂਗਾ? ਲੱਖੇ ਸਹਾਣੇ ਨੇ ਪਹਿਲਾਂ ਕੀ ਕੀਤਾ? ਪਹਿਲਾਂ ਜਿਹੜੀ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ ਹੈ, ਆਮ ਆਦਮੀ ਵਿਰੋਧੀ ਧਿਰ ਹੈ, ਜਿਹਨੇ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਸਰਕਾਰ ਬਣੀ ਉਹਦਾ ਵਿਰੋਧ ਕਰਨਾ ਹੁੰਦਾ। ਆਮ ਆਦਮੀ ਪਾਰਟੀ ਨੇ ਕੀ ਕੀਤਾ? ਪਿਛਲੇ ਦਿਨਾਂ ਦੇ ਵਿੱਚ ਲੱਖੇ ਸਹਾਣੇ ਨੇ ਕੀ ਕੀਤਾ ਉਹ ਵੀ ਤੁਹਾਨੂੰ ਦੱਸ ਦਿੰਦਾ। ਅਸੀਂ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ, ਕੈਬਨਿਟ ਮੰਤਰੀ ਸਾਰੇ ਪਿਛਲੇ ਦਿਨਾਂ ਦੇ ਵਿੱਚ ਘੇਰੇ ਨੇਗੇ, ਪਿਛਲੇ ਦਿਨਾਂ ਦੇ ਵਿੱਚ ਸਾਰੇ ਘੇਰੇ ਨੇਗੇ। ਆਮ ਆਦਮੀ ਪਾਰਟੀ ਦੀ ਕਿਸੇ ਦੀ ਜ਼ਰੂਰਤ ਨਹੀਂ ਪਈ ਵੀ ਕਿਸੇ ਮੰਤਰੀ ਨੂੰ ਘੇਰ ਲਈ। ਹਾਂ, ਚੈਨਲਾਂ ਦੇ ਉੱਪਰ ਤੇ ਮੀਡੀਆ ਦੇ ਵਿੱਚ ਬਹੁਤ ਵੱਡੇ ਡਰਾਮੇ ਕਰੇ ਜਾਂਦੇ ਨੇਗੇ, ਆਹ ਸਵਾਲਾਂ ਦਾ ਜਵਾਬ ਦਿਓ, ਆਹ ਸਵਾਲਾਂ ਦਾ ਜਵਾਬ ਦਿਓ। ਐ ਕੋਈ ਸਵਾਲਾਂ ਦਾ ਜਵਾਬ ਨਹੀਂ ਦਿੰਦਾ, ਘੇਰਨਾ ਪੈਂਦਾ, ਸੜਕਾਂ ਘੇਰਨੀਆਂ ਪੈਂਦੀਆਂ ਨੇਗੀਆਂ। ਅਸੀਂ ਪਿਛਲੇ ਦਿਨਾਂ ਦੇ ਵਿੱਚ ਲੱਖੇ ਸਹਾਣੇ ਨੇ ਪੰਜਾਬੀ ਮਾਂ ਬੋਲੀ ਦੀ ਲੜਾਈ ਲੜੀ, ਪੰਜਾਬੀ ਮਾਂ ਬੋਲੀ ਦੀ ਲੜਾਈ ਲੜੀ ਤੇ ਚੰਨੀ ਨੂੰ ਕਹਿਣਾ ਪਿਆ, ਸਰਕਾਰ ਨੂੰ ਕਹਿਣਾ ਪਿਆ ਵੀ ਜਿਹਦੀ ਪੰਜਾਬੀ ਦੇ ਵਿੱਚ 10ਵੀਂ ਕੀਤੀ ਆ ਉਹ ਪੰਜਾਬ ਦੇ ਵਿੱਚ ਨੌਕਰੀ ਲੈ ਸਕਦਾ। 16 ਸਟੇਟਾਂ ਦੇ ਵਿੱਚ ਇਹ ਕਾਨੂੰਨ ਬਣਿਆ ਹੋਇਆ ਕਿ 75% ਉਸ ਸਟੇਟ ਦੇ ਨੌਜਵਾਨ ਨੌਕਰੀ ਲੈ ਸਕਦੇ ਨੇਗੇ, ਪਰ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਕਾਨੂੰਨ ਹੀ ਨਹੀਂ ਬਣਿਆ ਹੋਇਆ। ਜਿੰਨੇ ਮਰਜ਼ੀ ਬਾਹਰਲੇ ਭਰਤੀ ਕਰੀ ਜਾਓ, ਲਿਆ ਜਿਵੇਂ ਕਿ ਬਾਦਲਾਂ ਨੇ ਕੀਤੇ ਨੇਗੇ, ਪਿਛਲੇ ਸਮੇਂ ਦੇ ਵਿੱਚ ਬਾਦਲਾਂ ਨੇ ਕੀਤੇ ਨੇ, ਕਾਂਗਰਸ ਨੇ ਕੀਤੇ ਨੇਗੇ। ਤੁਹਾਡੇ ਨਾਲ ਹਿਮਾਚਲ ਲੱਗਦਾ, ਹਿਮਾਚਲ ਦੇ ਵਿੱਚ 80% ਉੱਥੋਂ ਹਿਮਾਚਲ ਦੇ ਉੱਤੇ ਨੌਜਵਾਨ ਨੌਕਰੀ ਕਰ ਸਕਦੇ ਨੇ, 20% ਬਾਹਰਲੇ ਕਰ ਸਕਦੇ ਨੇਗੇ, ਪਰ ਪੰਜਾਬ ਦੇ ਵਿੱਚ ਜਾਂ ਕੋਈ ਕਾਨੂੰਨ ਹੀ ਨਹੀਂ ਬਣਿਆ। ਚੁੱਪ ਕਰ ਬਾਈ ਬਣ ਕੇ ਬੇਬੇ, ਦੱਸਣਾ ਚਾਹੁੰਦਾ ਇਹ ਗੱਲ ਸੁਣ ਲਿਓ। ਇਹ ਗੱਲਾਂ ਤੁਹਾਨੂੰ ਰਾਜਨੀਤਿਕ ਪਾਰਟੀ ਨੇ ਇੱਥੇ ਆ ਕੇ ਨਹੀਂ ਦੱਸਣੀਆਂ, ਉਹਨਾਂ ਨੇ ਸਿਰਫ ਇੱਕੋ ਹੀ ਗੱਲ ਦੱਸਣੀ ਹੈ ਕਿ ਕਾਲੀਆਂ ਨੇ ਦੱਸਣੀ ਹੈ ਕਾਂਗਰਸ ਵਾਲੇ ਮਾੜੇ ਨੇ, ਝਾੜੂ ਵਾਲੇ ਮਾੜੇ ਨੇਗੇ। ਹੋ ਸਕਦਾ ਵੀ ਇਹ ਵੀ ਗੱਲ ਕਹਿਣਗੇ ਵੀ ਲੱਖਾ ਸਹਾਣਾ ਗੈਂਗਸਟਰ ਹੈ। ਗੈਂਗਸਟਰ ਬਣਾਇਆ ਕਿਹਨੇ ਸੀਗਾ? ਬਾਦਲਾਂ ਨੂੰ ਇਹ ਪੁੱਛ ਲਿਓ ਵੀ ਤੁਸੀਂ ਗੈਂਗਸਟਰ ਬਣਾਇਆ ਸੀਗਾ। ਇੱਕ 15 16 18 ਸਾਲ ਦਾ ਨੌਜਵਾਨ ਨੂੰ ਜਿੱਧਰ ਮਰਜ਼ੀ ਲਾ ਲਓ, ਆ ਸਾਡੇ ਚਿੱਟਾ ਕਿੰਨਾ ਫੈਲਿਆ ਪਿਆ। ਪਿਛਲੇ ਦਿਨਾਂ ਦੇ ਵਿੱਚ ਚੰਨੀ ਨੂੰ ਘੇਰਿਆ, ਸਰਕਾਰ ਨੂੰ ਘੇਰਿਆ, ਜਿਹੜੀ 300 ਜਿਹੜੀ ਜਾਲੀ ਭਰਤੀ ਕਰੀ ਸੀ 250 ਕਰਿਆ ਸੀਗਾ ਬਾਦਲਾਂ ਨੇ, 50 ਭਰਤੀ ਕੀਤੇ ਸੀਗੇ, 250 ਕਰਿਆ ਸੀ ਕਾਂਗਰਸ ਨੇ, ਬਾਦਲਾਂ ਨੇ ਕਰਿਆ ਸੀ 250 ਕਰੇ ਸੀਗੇ ਕੈਪਟਨ ਅਮਰਿੰਦਰ ਸਿੰਘ ਨੇ। ਅਸੀਂ ਉਹਨਾਂ ਨੂੰ ਘੇਰਿਆ। ਹੁਣ ਤੁਸੀਂ ਕਹੋਗੇ ਵੀ 300 ਬੰਦਾ ਜਿਹੜਾ ਬਾਹਰਲੀ ਭਰਤੀ ਕਰਿਆ ਸੀਗਾ ਵੀ ਕੋਈ ਗੱਲ ਨਹੀਂ, 300 ਬੰਦਾ ਹੀ ਆ ਉਹ ਭਰਤੀ ਕਰਿਆ ਹੋਇਆ, ਉਹਦਾ ਵਿਰੋਧ ਕਰਨ ਦੀ ਕੀ ਲੋੜ ਸੀਗੀ? ਉਹ ਜਿਹੜਾ 300 ਬੰਦਾ ਜਿਹੜਾ ਇਹਨਾਂ ਨੇ ਬਾਹਰੋਂ ਲਿਆ ਕੇ ਭਰਤੀ ਕਰਿਆ, ਯੂਪੀ ਬਿਹਾਰ ਦੇ ਭਈਏ ਭਰਤੀ ਕਰੇ ਨੇਗੇ, ਉਹ ਕਿਸੇ ਨੇ ਡੀਐਸਪੀ ਬਣਨਾ, ਕਿਸੇ ਨੇ ਐਸਐਚਓ ਬਣਨਾ, ਕਿਸੇ ਨੇ ਐਸਐਸਪੀ ਬਣਨਾ, ਉਹ ਬਾਹਰਲੇ ਲਿਆ ਕੇ ਇਹਨਾਂ ਨੇ ਭਰਤੀ ਕਰੇ ਨੇਗੇ। ਇਸ ਟਾਈਮ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਕੋਲੇ ਵੱਡੇ ਅਹੁਦੇ ਨੇਗੇ, ਜਿਨ੍ਹਾਂ ਦਾ ਅਸੀਂ ਪਿਛਲੇ ਦਿਨਾਂ ਵਿੱਚ ਅਸੀਂ ਵਿਰੋਧ ਕੀਤਾ। ਲੱਖੇ ਸਹਾਣੇ ਨੇ ਵਿਰੋਧ ਕੀਤਾ। ਦੇਖਿਆ ਸੀਗਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਘੇਰਦੇ ਸੀਗੇ, ਕਿਤੇ ਚੰਨੀ ਨੂੰ ਘੇਰਦੇ ਸੀਗੇ। ਲੱਖਾ ਸਹਾਣਾ ਉਹ ਹੈ ਜਿਹਨੇ ਕਿ ਪੰਜਾਬ ਦੀ ਹਰ ਇੱਕ ਕੋਈ ਧੀ ਭੈਣਾਂ ਦਾ ਸਭ ਤੋਂ ਵੱਡੇ, ਕਿਤੇ ਖਾਸ ਕਰਕੇ ਲੜਾਈਆਂ ਹੁੰਦੀਆਂ ਨੇ ਘਰਾਂ ਦੇ ਵਿੱਚ, ਕੋਈ ਨੌਜਵਾਨ ਡੱਕਰ ਕੇ ਭੇਜਦਾ, ਕੋਈ ਲੜ ਕੇ ਭੇਜਦਾ, ਸਭ ਤੋਂ ਵੱਧ ਕੁੜੀਆਂ ਦੇ ਮਸਲੇ ਲੱਖਾ ਸਹਾਣੇ ਨੇ ਹੱਲ ਕੀਤੇ ਨੇਗੇ ਪਿਛਲੇ ਦਿਨਾਂ ਦੇ ਵਿੱਚ। ਸਭ ਤੋਂ ਵੱਡਾ ਨਾਮ ਦਿੱਲੀ ਪੁਲਿਸ ਇਹ ਗੱਲ ਕਹਿੰਦੀ ਸੀਗੀ, ਜਦੋਂ ਅਸੀਂ ਕ੍ਰਾਈਮ ਬ੍ਰਾਂਚ ਦੇ ਵਿੱਚ ਜਾਂਦੇ ਹੁੰਦੇ ਲੱਖੇ ਦੇ ਨਾਲ ਤਰੀਕ ਤੇ ਲੱਖ ਰੁਪਏ ਜਦੋਂ ਨਾਮ ਚੱਲਦਾ ਸੀਗਾ, ਬਾਅਦ ਚ ਅਸੀਂ ਤਰੀਕਾਂ ਨਾਲ ਜਾਣ ਲੱਗੇ ਆ। ਕ੍ਰਾਈਮ ਬ੍ਰਾਂਚ ਵਾਲੇ ਦਿੱਲੀ ਵਾਲੇ ਪਤਾ ਕੀ ਕਹਿੰਦੇ ਸੀ ਵੀ ਲੱਖੇ ਤੂੰ ਅੰਦੋਲਨ ਤੋਂ ਪਿੱਛੇ ਹਟ ਜਾ, ਬਾਕੀ ਅਸੀਂ ਸਭ ਕੁਝ ਆਪ ਹੀ ਦੇਖ ਲਾਂਗੇ। ਲੱਖਾ ਸਹਾਣਾ ਕਹਿੰਦਾ ਮਰਨੀ ਮਰ ਜੂਗਾ ਪਰ ਮੈਂ ਪਿੱਛੇ ਨਹੀਂ ਹਟਦਾ ਆਪਣੇ ਲੋਕਾਂ ਤੋਂ। 1 ਲੱਖ ਰੁਪਇਆ ਨਾਮ ਚੱਲਦਾ ਸੀਗਾ, 1 ਲੱਖ ਰੁਪਇਆ ਨਾਮ ਲੱਖੇ ਤੇ। ਇਹ ਆ ਕਿਸਾਨੀ ਅੰਦੋਲਨ ਨੂੰ ਦੇਣ ਭੱਜਾ ਫਿਰਦਾ ਸੀਗਾ। ਉਧਰੋਂ ਦਾ ਪੁਲਿਸ ਭਾਲਦੀ ਸੀਗੀ, ਉਧਰੋਂ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਅੰਦੋਲਨ ਦੇ ਨਾਲ ਜੋੜ ਰਿਹਾ ਸੀਗਾ। ਸਾਜਲੀ ਦੇ ਵਿੱਚ ਇੱਕ ਪਾਸੇ ਦਿੱਲੀ ਪੁਲਿਸ ਆਏ ਖੜ ਗਈ, ਇੱਕ ਪਾਸੇ ਪੰਜਾਬ ਪੁਲਿਸ ਆਏ ਖੜ ਗਈ। ਕਹਿੰਦੇ ਲੱਖੇ ਨੂੰ ਬੋਲਣ ਨਹੀਂ ਦਿੰਦੇ, ਲੱਖੇ ਨੂੰ ਬੋਲਣ ਨਹੀਂ ਦਿੰਦੇ। ਅਸੀਂ ਸਾਰੇ ਨੌਜਵਾਨਾਂ ਨੇ ਉੱਥੇ ਡਟ ਕੇ ਕਹਤਾ ਵੀ ਲੱਖਾ ਸਹਾਣਾ ਸਾਜਲੀ ਥਾਣੇ ਮੂਹਰੇ ਜਾ ਕੇ ਬੋਲੂਗਾ, ਅਸੀਂ ਲੱਖੇ ਨੂੰ ਬੁਲਾਇਆ ਸੀਗਾ। ਲੱਖਾ ਇੱਕ ਉਹ ਬੰਦਾ ਹੈ। ਆ ਪਿਛਲੇ ਦਿਨਾਂ ਵਿੱਚ ਕੱਲ ਦੀ ਜਿਹੜੀ ਵੀਡੀਓ ਸੀ, ਕਿੰਨੇ ਲੱਖ ਰੁਪਏ ਉਹ ਦੱਬਿਆ ਸੀ? 12 ਲੱਖ ਰੁਪਇਆ ਸੀਗਾ। ਕਾਲੀਆਂ ਦਾ ਕੋਈ ਬੰਦਾ ਸੀਗਾ, 12 ਲੱਖ ਰੁਪਏ ਲੈ ਗਿਆ ਪੰਜਾਬ ਪੁਲਿਸ ਦੀ ਭਰਤੀ ਲਈ, ਉਹ ਮੁੜਵਾਇਆ। ਹੁਣ ਜਿਹੜੇ ਕਹਿੰਦੇ ਨੇ ਵੀ ਲੱਖਾ ਆਜ਼ਾਦ ਜਿੱਤ ਕੇ ਕੀ ਕਰੂਗਾ, ਮੈਂ ਤੁਹਾਨੂੰ ਇੱਕ ਗੱਲ ਕਹਿ ਕੇ ਜਾਣਾ, ਲੱਖਾ ਸਹਾਣਾ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੋਊਗਾ। ਅੱਜ ਦੇ ਗੱਲ ਯਾਦ ਕਰ ਲਓ, ਲੱਖਾ ਸਹਾਣਾ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੋਊਗਾ। ਅੱਜ ਇਹ ਤੁਹਾਡੇ ਨਾਲ ਵਾਅਦਾ ਕਰਕੇ ਜਾਣਾ, ਕਿਉਂਕਿ ਸਾਨੂੰ ਇਹ ਹੈ
ਵੀ ਹਜੇ ਤਾਂ ਅਸੀਂ ਦੁੱਧ ਨੂੰ ਜਾਗ ਲਾ ਰਹੇ ਹਾਂ, ਹਜੇ ਤਾਂ ਅਸੀਂ ਦੁੱਧ ਨੂੰ ਇੱਕ ਸੀਟ ਆਹ ਜਿਹੜੀ ਲੱਖੇ ਨੂੰ ਮੌੜ ਵਾਲੀ ਆਜ਼ਾਦ ਜਿਤਾ ਕੇ ਨਾ, ਇਹ ਤਾਂ ਅਸੀਂ ਦੁੱਧ ਨੂੰ ਜਾਗ ਲਾ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਸਮਾਂ ਬੜਾ ਥੋੜਾ ਸੀਗਾ, ਕਿਉਂਕਿ ਸਾਡਾ ਸਾਰਾ ਧਿਆਨ ਅੰਦੋਲਨ ਵੱਲ ਰਿਹਾ ਹੈ। ਸਾਡਾ ਇੰਨਾ ਮੰਗੂ ਨਹੀਂ ਸੀ ਕਿ ਅਸੀਂ MLA ਬਣਨਾ, ਅਸੀਂ ਮੰਤਰੀ ਬਣਨਾ। ਸਾਨੂੰ ਇਹ ਸੀਗਾ ਵੀ ਸਾਡਾ ਅੰਦੋਲਨ ਜਿੱਤਿਆ ਜਾਵੇ, ਪਰ ਸਾਡੇ ਕੋਲ ਸਮਾਂ ਬੜਾ ਥੋੜਾ ਸੀਗਾ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਜਾਣਾ ਹੈ, ਪੂਰੇ ਪੰਜਾਬ ਦੇ ਵਿੱਚ ਆਪਣਾ ਕੇਡਰ ਖੜਾ ਕਰਨਾ ਹੈ, ਕੱਲਾ ਕੱਲਾ ਹਲਕਾ ਇੰਚਾਰਜ ਲਾਉਣਾ ਹੈ। ਅਸੀਂ ਆਪਣੀ ਜਿਹੜੀ ਇੱਕ ਜਥੇਬੰਦੀ ਤਿਆਰ ਕਰਨੀ ਹੈ। ਜਥੇਬੰਦੀ ਤਿਆਰ ਕਰਕੇ ਕੀ ਹੋਣਾ ਹੈ? ਜਿਹੜੇ ਕਹਿੰਦੇ ਨੇ ਲੱਖਾ ਸਾਣਾ ਆਜ਼ਾਦ ਜਿੱਤ ਕੇ ਕੀ ਕਰੂਗਾ, ਉਹ ਗੱਲ ਸੁਣ ਲੈਣ, ਉਹਨਾਂ ਨੂੰ ਵੀ ਤੁਸੀਂ ਜਵਾਬ ਦੇ ਦਿਓ। ਲੱਖਾ ਸਾਣਾ ਵਿਧਾਨ ਸਭਾ ਦੇ ਬਾਹਰ ਅੰਦਰ ਬੋਲਿਆ ਕਰੂਗਾ ਤੇ ਬਾਹਰ ਜਿਹੜਾ 5-4 ਹਜ਼ਾਰ ਮੁੰਡੇ ਦਾ ਵਿਧਾਨ ਸਭਾ ਦੇ ਮੂਹਰੇ ਘੇਰਾ ਹੋਇਆ ਕਰੂਗਾ। ਜੇ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਜਾਇਆ ਕਰੂਗੀ, ਲੱਖਾ ਸਾਣਾ ਵਿਧਾਨ ਸਭਾ ਦੇ ਵਿੱਚ ਬੋਲਿਆ ਕਰੂ ਤੇ 5-4 ਹਜ਼ਾਰ ਮੁੰਡਿਆਂ ਨੂੰ ਵਿਧਾਨ ਸਭਾ ਨੂੰ ਬਾਹਰੋਂ ਘੇਰਾ ਕਰੂਗਾ। ਜੇ ਤੁਹਾਡੇ ਹਲਕੇ ਮੋੜ ਦੇ ਨਹੀਂ ਕੋਈ ਮੰਗ ਮੰਨੀ ਜਾਊਗੀ, ਇਹ ਕੰਮ ਹੋਊਗਾ। ਇਹ ਨਹੀਂ ਹੈਗਾ ਵੀ ਲੱਖਾ ਸਾਣਾ ਜਿੱਤ ਕੇ ਕਦੇ ਆਊਗਾ ਨਹੀਂ ਮੁੜ ਕੇ। ਲੱਖਾ ਸਾਣਾ ਪਹਿਲਾਂ ਵੀ 5-7 ਸਾਲਾਂ ਤੋਂ ਤੁਹਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਤੇ ਹੁਣ ਵੀ ਇੱਥੇ ਪਿੰਡਾਂ ਦੇ ਵਿੱਚ ਹੀ ਰਹੂਗਾ। ਇਹ ਗੱਲ ਯਾਦ ਕਰ ਲਿਓ, ਯਾਦ ਰੱਖਿਓ। ਜਿਹੜੇ ਗੱਲ ਕਹਿੰਦੇ ਨੇ ਇੱਥੇ ਕਿ ਆਮ ਆਦਮੀ ਪਾਰਟੀ ਵਾਲਾ ਇੱਕ ਨਵਾਂ ਜਿਹਾ ਸਲਾਰੂ ਆਇਆ, ਉਹ ਕਹਿੰਦਾ ਵੀ ਲੱਖਾ ਸਾਣਾ ਜਿੱਤ ਕੇ ਕੀ ਕਰੂਗਾ ਆਜ਼ਾਦ। ਇਹ ਮੈਂ ਤੁਹਾਨੂੰ ਦੱਸ ਦੇਣਾ, ਤੁਹਾਡੇ ਹਲਕੇ ਮੌੜ ਦੇ ਵਿੱਚ ਇੱਕ ਪੰਜਾਬ ਦੇ ਉਹ ਨਿਰਧੜਕ ਲੀਡਰ ਹੈ ਲੱਖਾ ਸਾਣਾ, ਜਿਹਨੂੰ ਕਿ ਤੁਹਾਡੇ ਹਲਕਾ ਮੌੜ ਤੋਂ ਲੜ ਰਿਹਾ। ਤੁਸੀਂ ਕਰਮ ਵਾਲੇ ਹੋ। ਇਸ ਕਰਕੇ ਤੁਸੀਂ ਹੁਣ ਤੁਹਾਡਾ ਫਰਜ਼ ਬਣਦਾ ਹੈ, ਕੱਲੇ ਕੱਲੇ ਬੰਦੇ ਦਾ ਫਰਜ਼ ਬਣਦਾ ਕਿ ਤੁਸੀਂ ਹੁਣ ਆਪਣੀ ਜਿਹੜਾ ਪਹਿਰਾ ਦਿਓ ਤੁਸੀਂ ਕਿ ਲੱਖੇ ਸਾਣੇ ਨੂੰ ਵੱਡੀ ਮਾਤਰਾ ਦੇ ਵਿੱਚ ਜਾ ਕੇ ਭੇਜੋ ਤੇ 2027 ਦੇ ਵਿੱਚ ਲੱਖੇ ਨੂੰ ਆਪਾਂ ਮੁੱਖ ਮੰਤਰੀ ਬਣਾਵਾਂਗੇ ਪੰਜਾਬ ਦਾ। ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਚਿੱਟਾ ਨਸ਼ਾ। ਅੱਜ ਤੁਹਾਡਾ ਚਿੱਟਾ ਨਸ਼ੇ ਦੀ ਮੈਂ ਗੱਲ ਕਰ ਲਾਂ, ਨਸ਼ਾ ਘਰ ਆ ਗਿਆ, ਘਰ ਨਸ਼ਾ ਆ ਗਿਆ। 10-10 15-15 ਸਾਲਾਂ ਦੇ ਨੌਜਵਾਨ ਨਸ਼ਾ ਕਰੀ ਜਾਂਦੇ ਨੇ, ਕੋਈ ਕੈਪਸੂਲ ਖਾਈ ਜਾਂਦਾ, ਕੋਈ ਗੋਲੀ ਖਾਈ ਜਾਂਦੇ ਨੇ ਨੌਜਵਾਨ। ਉਹ ਨਸ਼ਾ ਕਿੱਥੋਂ ਆ ਰਿਹਾ? ਕਾਂਗਰਸ ਵਾਲੇ ਕਹਿੰਦੇ ਨੇ ਜਾਂ ਹੋਰ ਗੱਲਾਂ ਕਰਦੇ ਨੇ ਬਾਰਡਰੋਂ ਪਾਰੋਂ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਬਾਰਡਰ ਤੋਂ ਪਾਰ ਤੋਂ ਨਸ਼ਾ ਆ ਰਿਹਾ। ਉਹ ਬਾਰਡਰੋਂ ਪਾਰੋਂ ਨਸ਼ਾ ਨਹੀਂ ਆ ਰਿਹਾ, ਉਹ ਦਿੱਲੀ ਤੋਂ ਨਸ਼ਾ ਆ ਰਿਹਾ। ਦਿੱਲੀ ਤੋਂ ਚਿੱਟਾ ਦਿੱਲੀ ਤੋਂ ਆ ਰਿਹਾ। ਦਿੱਲੀ ਤੋਂ ਭੇਜ ਕੌਣ ਰਿਹਾ? ਜਾਣ ਬੁੱਝ ਕੇ ਜਿਹੜੇ ਸੈਂਟਰ ਗਵਰਨਮੈਂਟ ਭੇਜ ਰਹੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੇ ਲਾਓ। ਹੁਣ ਇੱਕ ਗੱਲ ਤੁਸੀਂ ਦੇਖਿਓ ਕਿ ਇੱਕ ਹਲਕੇ ਦੇ ਉੱਪਰ 5-5 7-7 10-10 ਕਰੋੜ ਰੁਪਇਆ ਖਰਚ ਕਰਨਗੇ ਇੱਕ ਹਲਕੇ ਦੇ ਵਿੱਚ, ਚੋਣਾਂ ਦੇ ਵਿੱਚ। ਕੋਈ ਬਾਦਲਾਂ ਦਾ ਵੀ ਇੰਨੇ ਪੈਸੇ ਖਰਚ ਕਰਨਗੇ, ਕਾਂਗਰਸ ਵਾਲੇ ਵੀ ਇੰਨੇ ਪੈਸੇ ਖਰਚ ਕਰਨਗੇ 10-10 ਕਰੋੜ ਰੁਪਇਆ ਇੱਕ ਹਲਕੇ ਦੇ ਉੱਪਰ, ਕਿਉਂਕਿ ਨਸ਼ਾ ਵੀ ਵਰਤਾਉਣਗੇ, ਗੋਲੀਆਂ ਵੀ, ਸਮੈਕ ਵੀ, ਪੈਸੇ ਹੀ ਵੰਡਣਗੇ ਚੋਣਾਂ ਦੇ ਵਿੱਚ। ਤੁਸੀਂ ਕਦੇ ਲੋਕਾਂ ਨੇ ਇਹ ਗੱਲ ਸੋਚੀ ਹੈ ਵੀ ਉਹਦਾ 10 ਕਰੋੜ ਰੁਪਇਆ ਇੰਨਾ ਇੱਕ ਹਲਕੇ ਦੇ ਉੱਪਰ ਲੱਗੂਗਾ, ਕੋਈ ਤੁਹਾਡੇ ਕੰਮਾਂ ਤੇ ਨਹੀਂ ਲੱਗਣਾ, ਕੋਈ ਤੁਹਾਡੇ ਵਿਕਾਸ ਤੇ ਨਹੀਂ ਲੱਗਣਾ ਉਹ ਪੈਸਾ। ਅੱਜ ਤੁਸੀਂ ਨਰਮੇ ਦੇ ਮੁਆਵਜ਼ਾ ਮੰਗੀਆਂ ਨੂੰ ਤੁਹਾਨੂੰ ਉਹ ਨਹੀਂ ਮਿਲਿਆ। 10-10 ਕਰੋੜ ਰੁਪਇਆ ਵੋਟਾਂ ਦੇ ਤਾਂ ਇੱਕ MLA ਬਣਨ ਦੇ ਤਾਂ ਲਾ ਦੇਣਗੇ, ਪਰ ਉਹ ਵਿਕਾਸ ਤੇ ਨਹੀਂ ਲਾਉਂਦੇ। ਵੱਡੇ ਫਲੈਕਸ ਬੋਰਡ ਕਢਾ ਕੇ ਲਾਏ ਜਾ ਰਹੇ ਨੇਗੇ, ਵੱਡੀਆਂ ਪੇਂਟਿੰਗਾਂ ਲਾਈਆਂ ਜਾ ਰਹੀਆਂ ਨੇਗੀਆਂ, ਚੈਨਲ ਵੱਡੇ ਖਰੀਦ ਲਏ, ਸੋਸ਼ਲ ਮੀਡੀਆ ਖਰੀਦਿਆ ਉਹਨਾਂ ਨੇ ਆਪਣੀ ਪ੍ਰਮੋਸ਼ਨ ਕਰਨ ਲਈ। ਇੰਨਾ ਪੈਸਾ ਉਹ ਚੋਣ ਤੇ ਲਾ ਰਹੇ ਨੇਗੇ। ਇੱਕ ਪਿੰਡ ਦੇ ਵਿੱਚੋਂ ਬੱਸ ਜਾਂਦੀ ਹੈ ਰੈਲੀ ਤੇ ਭਰ ਕੇ, 10,000 ਰੁਪਇਆ ਕਿਰਾਏ ਦਾ ਲੈਂਦੀ ਇੱਕ ਬੱਸ। ਤੁਸੀਂ ਕਦੇ ਸੋਚਿਆ ਵੀ ਇੱਕ ਰੈਲੀ ਦੇ ਉੱਪਰ 50-50 60-60 70-70 ਲੱਖ ਕਰੋੜ ਰੁਪਇਆ ਲਾ ਦਿੰਦੇ ਇੱਕ ਰੈਲੀ ਦੇ? ਤੁਸੀਂ ਸੋਚਿਆ ਵੀ ਇੰਨਾ ਪੈਸਾ ਕਿਉਂ ਲਾ ਰਹੇ ਨੇਗੇ? ਇਹ ਇੰਨਾ ਪੈਸਾ ਆ ਕਿੱਥੋਂ ਰਿਹਾ? ਕਦੇ ਤੁਸੀਂ ਇਹ ਗੱਲ ਸੋਚੀ ਹੈ? ਨਹੀਂ ਸੋਚੀ। ਬਸ ਤੁਸੀਂ ਤਾਂ ਆਪਾਂ ਸਾਰੇ ਇਨਕਲਾਬ ਜਿੰਦਾਬਾਦ ਕਰੀ ਜਾਂਦੇ ਉਹਨਾਂ ਪਿੱਛੇ। 10 ਕਰੋੜ ਰੁਪਇਆ ਜਿਹੜਾ 5 ਕਰੋੜ ਰੁਪਇਆ ਇੱਕ ਹਲਕੇ ਦੇ ਉੱਪਰ ਲਾ ਰਿਹਾ, ਸਭ ਤੋਂ ਵੱਡਾ ਲੀਡਰਾਂ ਦਾ ਵਪਾਰ ਹੈ ਚਿੱਟਾ ਨਸ਼ਾ। ਬੰਦ ਕਿਉਂ ਨਹੀਂ ਹੋ ਰਿਹਾ ਨਸ਼ਾ? ਵਪਾਰ ਕਰ ਰਹੇ ਨੇ, ਬਿਜ਼ਨਸ ਹੈ ਇਹਨਾਂ ਲੀਡਰਾਂ ਦਾ, ਜਾਣ ਬੁੱਝ ਕੇ ਨਹੀਂ ਬੰਦ ਕਰ ਰਹੇ। ਪੀ ਮਰਦੇ ਨੇ, ਮਰੋ, ਚਿੱਟਾ ਨਸ਼ਾ ਪੀ ਮਰੀ ਤੁਸੀਂ ਜਾਂਦੇ ਹੋ। ਇਹਨਾਂ ਦਾ ਵਪਾਰ ਹੈ, ਬਿਜ਼ਨਸ ਹੈ, ਉੱਥੋਂ ਪੈਸਾ ਕਮਾਇਆ ਜਾਂਦਾ ਹੈ। ਡਰੱਗ ਮਾਫੀਆ ਚੱਲ ਰਿਹਾ ਹੈ, ਰੇਤ ਮਾਫੀਆ ਚੱਲ ਰਿਹਾ ਹੈ। ਜਿੰਨਾ ਸਰਕਾਰੀ ਪੈਸਾ ਉਹ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਜਿਹੜਾ ਤੁਹਾਡੇ ਵਿਕਾਸ ਦੇ ਕੰਮਾਂ ਤੇ ਪੈਸਾ ਲੱਗਣਾ, ਉਹ ਪੈਸਾ ਆਪਣੇ ਕੋਲ ਰੱਖਿਆ ਜਾ ਰਿਹਾ, ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਇਸ ਕਰਕੇ ਇਹਨਾਂ ਨੂੰ MLA ਬਣਨ ਦੀ ਕਾਹਲ ਹੈ ਕਿ ਕੇਰਾਂ ਜਿਹੜਾ ਪਾਵਰ ਆ ਜੇ ਕੋਲੇ, ਪਾਵਰ ਆ ਕੇ ਬਸ ਇੱਕ ਜਿਹੜੀ ਨੋਵਾ ਗੱਡੀ ਹੈ ਉਹਦੇ ਵਿੱਚ ਮੈਂ ਬੈਠਾ ਹਾਂ ਤੇ ਇੱਕ ਪਾਇਲਟ ਜਿਪਸੀ ਮੂਹਰੇ ਲੱਗੀ ਹੋਵੇ, ਇੱਕ ਮਗਰ ਲੱਗੀ ਹੋਵੇ, 10-15 ਗਨਮੈਨ ਆਉਣ। ਇੱਥੇ ਕਿਤੇ ਸੋਚ ਹੈ। ਸਭ ਤੋਂ ਵੱਡਾ ਵਪਾਰ, ਸਭ ਤੋਂ ਵੱਧ ਪੈਸਾ ਉਹ ਚਿੱਟੇ ਨਸ਼ੇ ਤੋਂ ਕਮਾ ਰਹੇ ਨੇ। ਤਾਂ ਕਰਕੇ ਚਿੱਟਾ ਨਸ਼ਾ ਬੰਦ ਨਹੀਂ ਕੀਤਾ ਜਾ ਰਿਹਾ, ਤਾਂ ਕਰਕੇ ਤੁਹਾਡੇ ਪੁੱਤ ਮਰੀ ਜਾਂਦੇ ਨੇਗੇ। ਨਸ਼ਾ ਬੰਦ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ। ਨਸ਼ਾ ਬੰਦ ਕਰਨਾ 5 ਦਿਨਾਂ ਦੇ ਵਿੱਚ ਬੰਦ ਹੋ ਜਾਊਗਾ।
5 ਦਿਨਾਂ ਦੇ ਵਿੱਚ ਚਿੱਟਾ ਨਸ਼ਾ ਵਾਲਾ ਕੋਈ ਤੁਹਾਨੂੰ ਉੱਥੇ ਆਉਣਾ ਨਹੀਂ ਹੈਗਾ। ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ, ਜਦੋਂ ਕਰੋਨਾ ਦਾ ਟਾਈਮ ਆਇਆ ਸੀਗਾ, ਜਦੋਂ ਕਹਿੰਦੇ ਸੀ ਕਿਸੇ ਨੂੰ ਘਰੋਂ ਨਹੀਂ ਬਾਹਰ ਲੱਗਣ ਦੇਣਾ, ਉਦੋਂ ਕੋਈ ਘਰੋਂ ਬਾਹਰ ਨਿਕਲਿਆ ਸੀਗਾ? ਦੱਸੋ ਮੈਨੂੰ, ਕਿਸੇ ਨੂੰ ਘਰੋਂ ਬਾਹਰ ਨਿਕਲਣ ਦਿੱਤਾ? ਫਿਰ ਨਸ਼ਾ ਬੰਦ ਕਰਨਾ ਪੁਲਿਸ ਲਈ ਕਿੱਡੀ ਵੱਡੀ ਗੱਲ ਹੈ। ਨਸ਼ਾ ਬੰਦ ਕਰਨਾ 5 ਦਿਨਾਂ ਦੇ ਵਿੱਚ ਨਸ਼ਾ ਬੰਦ ਹੋ ਜੂ। ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ? ਕਿਉਂਕਿ ਵਪਾਰ ਹੈ ਸਭ ਤੋਂ ਵੱਡਾ, ਜਿਹੜਾ 10-10 ਕਰੋੜ ਰੁਪਇਆ ਚੋਣਾਂ ਦੇ ਉੱਪਰ ਲਾਇਆ ਜਾ ਰਿਹਾ, ਉਹ ਪੈਸਾ ਇੱਥੋਂ ਤੱਕ ਕਮਾਇਆ ਜਾ ਰਿਹਾ, ਸਭ ਤੋਂ ਵੱਧ ਪੈਸਾ। ਇਸ ਕਰਕੇ ਆਪਾਂ ਨੂੰ ਇਸ ਗੱਲ ਲਈ ਸਮਝਣਾ ਪੈਣਾ। ਲੱਖੇ ਨੇ ਗੱਲ ਕਲੀਅਰ ਕਰਤੀ ਵੀ ਨਾ ਤਾਂ ਮੈਂ ਕਿਸੇ ਦਾ ਕੋਈ ਵੱਟਦਾ ਰੌਲਾ, ਨਾ ਤਾਂ ਮੈਂ ਉਹਦੇ ਨਾਲ ਜਾਏ ਖੜੂੰਗਾ, ਨਾ ਕਿਸੇ ਨਾਲ ਮੈਂ ਨਸ਼ੇੜੀ ਨਾਲ ਜਾਏ ਖੜੂੰਗਾ, ਨਾ ਕਿਸੇ ਦੇ ਪਿੱਛੇ ਮੈਂ ਥਾਣੇ ਦੇ ਵਿੱਚ ਫੋਨ ਕਰੂੰਗਾ। ਜਿੱਥੇ ਲੋਕਾਂ ਦੀ ਗੱਲ ਹੈ, ਜਿੱਥੇ ਲੋਕਾਂ ਦੇ ਹੱਕਾਂ ਦੀ ਗੱਲ ਹੈ, ਉੱਥੇ ਡਾਂਗ ਚੱਕ ਕੇ ਮੂਰੇ ਲੱਖਾ ਖੜੂਗਾ, ਅਸੀਂ ਮਗਰ ਸਾਰੇ ਅਸੀਂ ਖੜਾਂਗੇ। ਅਸੀਂ ਇੰਨਾ ਮੰਗੂ ਨਹੀਂ ਕਰਦੇ ਵੀ ਉਹਨੂੰ ਇੱਕ ਨੂੰ ਫੜਾਤਾ ਇੱਕ ਨੂੰ ਛੁਡਾ ਲੈਤਾ। ਇਹਨਾਂ ਦਾ ਕੰਮ ਇਹ ਹੈ। ਨਸ਼ਾ ਸਭ ਤੋਂ ਵੱਡੀ ਜਿਹੜੀ, ਕੋਈ ਨਸ਼ਾ ਨਾ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਹੋਣਾ ਤੇ ਨਾ ਕਿਸੇ ਨੇ ਕਰਨਾ, ਕਿਉਂਕਿ ਇਹਨਾਂ ਦਾ ਵਪਾਰ ਹੈ। ਪਰ ਆਪਾਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਲੋਕਾਂ ਨੂੰ। ਹੁਣ ਪਿੱਛੇ ਜੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦੇਣਾ, ਪਿੱਛੇ ਜੇ ਮੈਂ ਗੱਲ ਕਰੀ ਸੀ ਖਸਖਸ ਦੀ ਖੇਤੀ ਦੀ, ਮੈਂ ਉਹ ਵੀ ਤੁਹਾਨੂੰ ਗੱਲ ਸੁਣਾ ਦੇਣਾ। ਮੇਰੇ ਤੇ ਪਰਚਾ ਦਰਜ ਹੋ ਗਿਆ ਸੀ, ਮੈਂ ਬੀਜਦੀ ਸੀਗੀ ਉਹ, ਕਿਉਂਕਿ ਮੈਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਖੇਤੀਬਾੜੀ ਜਿਹੜਾ ਉਹ ਬਦਲਾਅ ਹੋਣਾ ਚਾਹੀਦਾ, ਖੇਤੀਬਾੜੀ ਢਾਂਚਾ ਬਦਲਣਾ ਚਾਹੀਦਾ, ਪੰਜਾਬ 2 ਫਸਲਾਂ ਤੋਂ ਬਾਹਰ ਨਿਕਲਣਾ ਚਾਹੀਦਾ। ਮੈਂ ਨਹੀਂ ਚਾਹੁੰਦਾ ਵੀ ਇਕੱਲੇ ਖਸਖਸ ਦੀ ਖੇਤੀ ਹੋਣੀ ਚਾਹੀਦੀ, ਹੋਰ ਫਸਲਾਂ ਹੀ ਪੰਜਾਬ ਦੇ ਵਿੱਚ ਹੋ ਸਕਦੀਆਂ ਨੇਗੀਆਂ। ਅੱਜ ਪੰਜਾਬ ਦੇ ਵਿੱਚ ਕਿੰਨੀਆਂ ਬਿਮਾਰੀਆਂ, 2 ਫਸਲਾਂ ਸਿਰਫ ਝੋਨੇ ਕਰਕੇ ਕਿੰਨੀਆਂ ਬਿਮਾਰੀਆਂ ਆ ਗਈਆਂ। ਪਾਣੀ ਸਾਡੇ ਕੋਲ ਹੀ ਨਹੀਂ ਰਿਹਾ, 10-15 ਸਾਲਾਂ ਤੱਕ ਸਾਰਾ ਪਾਣੀ ਪੰਜਾਬ ਦੇ ਵਿੱਚ ਖਤਮ ਹੋ ਜਾਊਗਾ। ਮੈਂ ਖਸਖਸ ਦੀ ਖੇਤੀ ਦੀ ਗੱਲ ਕਰੀ ਸੀਗੀ। ਹੁਣ ਮੈਨੂੰ ਇੱਕ ਗੱਲ ਦੱਸੋ, ਹਰ ਇੱਕ ਪਿੰਡ ਦੇ ਵਿੱਚ ਸ਼ਰਾਬ ਪੀਣ ਨਾਲ ਕਿੰਨੇ ਮਰਦੇ ਨੇ ਬਾਈ ਦੱਸੋ? ਚਿੱਟੇ ਨਸ਼ੇ ਨਾਲ ਕਿੰਨੇ ਮਰਦੇ ਨੇ ਕਿ ਦੱਸੋ ਮੈਨੂੰ? ਜੇ ਜਿਹੜੀ ਮੈਂ ਖਸਖਸ ਦੀ ਖੇਤੀ ਦੀ ਮੈਂ ਗੱਲ ਕਰੀ ਸੀ, ਉਹਦੇ ਤੇ ਬਹੁਤ ਸਾਰੇ ਹੋਰ ਵੀ ਜਿਹੜੇ ਸੂਝਵਾਨ ਵਿਦਵਾਨ ਗੱਲ ਕਰ ਰਹੇ ਨੇ। ਜੇ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੁੰਦੀ ਹੈ ਤਾਂ ਇੱਕ ਕਿਸਾਨ ਨੂੰ ਆਮਦਨ 5-6 ਲੱਖ ਰੁਪਏ ਦੀ ਕਿੱਲੇ ਦੀ ਹੋ ਸਕਦੀ ਹੈ। ਘੱਟ ਤੋਂ ਘੱਟ ਆਮਦਨ ਹੈ, ਘੱਟ ਤੋਂ ਘੱਟ ਆਮਦਨ ਹੈ। 5-6 ਲੱਖ ਰੁਪਏ ਦੀ ਕਿੱਲੇ ਤੋਂ ਆਮਦਨ ਹੋ ਸਕਦੀ ਹੈ ਕਿਸਾਨ ਨੂੰ, ਜਿਹਦੇ ਤੇ ਮੇਰੇ ਤੇ NDPS ਦਾ ਪਰਚਾ ਦਰਜ ਕਰਤਾ ਸੀਗਾ। 5-6 ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ। ਹੁਣ ਸਰਕਾਰ ਕੀ ਕਰ ਰਹੀ ਹੈ? ਇੱਕ ਪਿੰਡ ਦੇ ਵਿੱਚ ਤਿੰਨ ਸ਼ਰਾਬ ਦੇ ਠੇਕੇ ਖੋਲਤੇ, ਸ਼ਰਾਬ ਦੇ ਠੇਕਿਆਂ ਤੋਂ ਆਮਦਨ ਹੋ ਰਹੀ ਹੈ। ਨਸ਼ੇ ਤੋਂ ਜਿਹੜੀ ਇਹਨਾਂ ਦੀ ਜਾਲੀ ਸ਼ਰਾਬ ਬਾਹਰੋਂ ਲੈ ਕੇ ਬਕਾ ਰਹੇ ਨੇਗੇ, ਨਸ਼ੇ ਤੋਂ ਵੱਡੀ ਵੱਡੀ ਆਮਦਨ ਹੋ ਰਹੀ ਹੈ, ਚਿੱਟੇ ਨਸ਼ੇ ਤੋਂ ਹੋ ਰਹੀ ਹੈ। ਹੁਣ ਜੇ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਸ਼ੁਰੂ ਹੁੰਦੀ ਹੈ ਤਾਂ ਤੁਸੀਂ ਗੱਲ ਦੇਖ ਲਿਓ ਕਿ ਨਾ ਤਾਂ ਕੋਈ ਚਿੱਟਾ ਨਸ਼ੇ ਵਾਲਾ ਹੋਣਾ ਹੈ। ਪੰਜਾਬ ਸਰਕਾਰ, ਪੰਜਾਬ ਗਵਰਨਮੈਂਟ ਖਸਖਸ ਦੇ ਠੇਕੇ, ਭੁੱਕੀ ਫੀਮ ਦੇ ਠੇਕੇ ਖੋਲ ਕੇ ਵੀ ਆਮਦਨ ਪੈਦਾ ਕਰ ਸਕਦੀ ਹੈ, ਉੱਤੋਂ ਆਮਦਨ ਹੋ ਸਕਦੀ ਹੈ। ਮੈਨੂੰ ਇੱਕ ਵੀ ਬੰਦਾ ਦਿਖਾ ਦਿਓ ਵੀ ਕਿਤੇ ਕੋਈ ਭੁੱਕੀ ਫੀਮ ਖਾਣ ਵਾਲਾ ਮਰਿਆ ਹੋਵੇ, ਭੁੱਕੀ ਫੀਮ ਖਾਣ ਨਾਲ ਕਿਸੇ ਵੀ ਬੰਦੇ ਦੀ ਮੌਤ ਹੋਈ ਹੋਵੇ। ਸ਼ਰਾਬ ਪੀਣ ਨਾਲ ਕਿੰਨੀਆਂ ਮੌਤਾਂ ਹੁੰਦੀਆਂ ਨੇ, ਚਿੱਟੇ ਨਸ਼ੇ ਨਾਲ ਹਰ ਇੱਕ ਪਿੰਡ ਦੇ ਵਿੱਚੋਂ ਦੂਜੇ ਤੀਜੇ ਨਾਲ ਸਿਵਾ ਬਲਦਾ ਹੈ। ਇਹ ਤਾਂ ਨਸ਼ਾ ਹੈ ਨਹੀਂ। ਆ ਮਾਮਾ ਭੈਣਾਂ ਬੈਠੇ ਨੇ ਪੰਜੀਰੀ ਦੇ ਵਿੱਚ, ਅਸੀਂ ਖਸਖਸ ਪਾਉਂਦੇ ਨਹੀਂ। ਸਭ ਤੋਂ ਮਹਿੰਗੀ ਖੇਤੀ ਹੈ, ਆਰਗੈਨਿਕ ਖੇਤੀ ਹੈ। ਦਵਾਈਆਂ ਦੇ ਵਿੱਚ ਅਫੀਮ ਦੀ ਜੇਕਰ ਵਰਤੋਂ ਕਈ ਦਵਾਈਆਂ ਦੇ ਵਿੱਚ ਹੁੰਦੀ ਹੈ, ਤੇ ਜੇ ਕੈਮੀਕਲਾਂ ਦੀ ਥਾਂ ਤੇ ਅਫੀਮ ਦੀ ਵਰਤੋਂ ਕੀਤੀ ਜਾਵੇ ਦਵਾਈਆਂ ਦੇ ਵਿੱਚ, ਤਾਂ ਆਰਗੈਨਿਕ ਚੀਜ਼ ਹੈ। ਹੁਣ ਜਿਹੜਾ ਜਿੰਨੀਆਂ ਵੀ ਦਵਾਈਆਂ ਨੇਗੀਆਂ, ਜਿੰਨੇ ਵੀ ਟੀਕੇ ਨੇਗੇ ਜਾਂ ਮੈਡੀਸਨ ਹੈ, ਉਹ ਬਈ ਬੰਦੇ ਨੇ ਤਿਆਰ ਕੀਤੀ ਹੈ। ਇੱਕ ਮਿੱਟੀ ਦੇ ਵਿੱਚੋਂ ਚੀਜ਼ ਪੈਦਾ ਹੋਣ ਵਾਲੀ, ਜ਼ਮੀਨ ਦੇ ਵਿੱਚੋਂ ਚੀਜ਼ ਪੈਦਾ ਹੋਣ ਵਾਲੀ, ਉਹ ਨਸ਼ਾ ਕਿਸ ਤਰ੍ਹਾਂ ਹੋ ਸਕਦਾ? ਨਸ਼ਾ ਚਿੱਟਾ ਨਸ਼ਾ ਜਿਹਦੇ ਨਾਲ ਹਰ ਇੱਕ ਬੰਦਾ ਮਰਦਾ। ਕਈ ਲੀਡਰ ਇਸ ਤੇ ਗੱਲ ਕਰਦੇ ਨੇਗੇ, ਪਰ ਮੈਂ ਇਹ ਕੰਮ ਕਰਕੇ ਦਿਖਾਤਾ ਸੀਗਾ, ਮੈਂ ਤਾਂ ਬੀਜੂਗਾ, ਮੈਂ ਤਾਂ ਬੀਜਤੀ ਸੀਗੀ। 60 ਸਾਲ ਇਸ ਮੇਰੇ ਦਾਦੇ ਨੇ ਇਸ ਕਿਸਾਨ ਯੂਨੀਅਨ ਦੇ ਲੇਖੇ ਲਾਏ ਨੇਗੇ। ਤੀਜੀ ਪੀੜ੍ਹੀ ਆ ਮੇਰੀ ਕਿਸਾਨ ਯੂਨੀਅਨ ਦਾ ਝੰਡਾ ਚੱਕੇ ਹੋਏ। ਮੈਂ ਰਾਜਨੀਤਿਕ ਪਾਰਟੀ ਥੱਲੇ ਨਹੀਂ ਲੱਗਿਆ। ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ, ਅੰਦੋਲਨ ਸ਼ੁਰੂ ਹੁੰਦੇ ਸਾਡਾ ਪਟਿਆਲੇ ਦੇ ਵਿੱਚ ਧਰਨਾ ਚੱਲਦਾ ਸੀ ਅਗਰਾਹਾਂ ਜਥੇਬੰਦੀ ਦਾ। ਜਥੇਬੰਦੀ ਵਾਲੇ ਕਹਿ ਦਿੰਦੇ ਨੇਗੇ, ਕਈ ਸਾਡੇ ਭਰਾ ਨੇਗੇ, ਵੀ ਤੁਸੀਂ ਐ ਨਾ ਕਰੋ, ਨੌਜਵਾਨ ਐ ਨਾ ਕਰੋ, ਖਨੌਰੀ ਵਾਲਾ ਬਾਰਡਰ ਤੁਹਾਡੇ ਭਰਾ ਨੇ ਤੋੜਿਆ ਸੀਗਾ ਸਭ ਤੋਂ ਪਹਿਲਾਂ। ਬੇਸ਼ੱਕ ਮੇਰੇ ਨਾਲ ਚਲੋ ਸਾਡੇ ਕਿਸਾਨ ਆਗੂ ਗੁੱਸੇ ਹੋ ਜਾਂਦੇ, ਸਾਡੇ ਆਪ ਦੇ ਨੇਗੇ, ਪਰ ਨਹੀਂ ਹੋਣਾ ਚਾਹੀਦਾ। ਜਦੋਂ ਉੱਥੇ ਪਟਿਆਲੇ ਦੇ ਵਿੱਚ ਧਰਨਾ ਚੱਲਦਾ ਸੀਗਾ, ਨੌਜਵਾਨਾਂ ਦਾ ਪਿੱਛੇ ਮੇਰੇ ਰੋਜ਼ ਨੌਜਵਾਨ, ਮੈਂ ਕਹਿੰਦਾ 3-4 ਦਿਨ ਚੱਲਿਆ, ਮੈਂ ਰੋਜ਼ 4-4 500 ਮੁੰਡਾ ਇਕੱਠਾ ਕਰਕੇ ਲੈ ਕੇ ਆਉਂਦਾ। ਤੁਸੀਂ ਵੀਡੀਓ ਪਈ ਨੇ, ਚੱਕ ਕੇ ਦੇਖ ਲਿਓ। ਨਵਜੋਤ ਸਿੰਘ ਸਿੱਧੂ ਨੇ ਬੁਲਾ ਲਿਆ ਮੈਨੂੰ, ਨਵਜੋਤ ਸਿੰਘ ਸਿੱਧੂ ਨੇ ਬੁਲਾਇਆ ਹੋਇਆ। ਅੱਜ ਇਹ ਮੈਂ ਗੱਲ ਦੱਸਣ ਲਈ ਜਾ ਰਿਹਾ, ਪਹਿਲਾਂ ਮੈਂ ਕਿਤੇ ਗੱਲ ਦੱਸੀ ਨਹੀਂ। ਉਹਦੀ ਬਾਈ ਬੈਠੀ ਸੀਗੀ, ਉਹਦੇ ਘਰ ਵਾਲੀ ਬੈਠੀ ਸੀਗੀ, ਕਹਿੰਦੀ ਆਉਣ ਵਾਲੇ ਸਮੇਂ ਦੇ ਵਿੱਚ ਪਾਵਰ ਆਪਣੇ ਕੋਲੇ ਆਉਣੀ ਆ ਪੁੱਤਰਾ, ਤੂੰ ਦੱਸ ਕਿਵੇਂ ਕਰਨਾ, ਤੂੰ ਦੱਸ ਕਿਵੇਂ ਕਰਨਾ। ਕਹਿੰਦੇ ਜੋ ਚਾਹੇਗਾ ਉਹ ਦੇ ਦੂੰਗੀ ਤੈਨੂੰ। ਨਵਜੋਤ ਸਿੰਘ ਸਿੱਧੂ ਦੇ ਘਰ ਵਾਲੀ ਨੇ ਇਹ ਗੱਲ ਕਹੀ ਸੀਗੀ ਮੈਨੂੰ।
ਆ ਮੇਰਾ ਲਾਈਵ ਚੱਲੀ ਜਾਂਦਾ, ਮੇਰੀ ਵੀਡੀਓ ਚੱਲੀ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਦੀ ਘਰ ਵਾਲੀ ਨੂੰ ਜਾ ਕੇ ਪੁੱਛ ਵੀ ਲਿਓ ਵੀ ਕੀ ਗੱਲ ਕਹੀ ਸੀ ਭਾਨੇ ਨੂੰ। ਕਹਿੰਦੀ ਤੂੰ ਸਾਡੇ ਨਾਲ ਆ ਜਾ। ਮੈਂ ਕਿਹਾ ਕਾਂਗਰਸ ਉਹ ਗਦਾਰ ਪਾਰਟੀ ਆ ਜਿਹਨੇ ਸਾਡੇ ਜ਼ਖਮਾਂ ਤੇ, ਜਿਹਨੇ ਸਾਡੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਇਆ, ਜਿਹਨੇ ਸਾਡੇ ਨੌਜਵਾਨ ਚੱਕ ਮਾਰੇ। ਅਸੀਂ ਉਹ ਗਦਾਰ ਪਾਰਟੀ ਨਾਲ ਕਦੇ ਵੀ ਨਹੀਂ ਜਾਵਾਂਗੇ। ਤੁਸੀਂ ਪੰਜਾਬ ਲਈ ਇੱਕ ਕੰਮ ਕੀਤਾ, ਕਰਤਾਰਪੁਰ ਸਾਹਿਬ ਦਾ ਰਸਤਾ ਖਲਾਇਆ। ਨਵਜੋਤ ਸਿੰਘ ਸਿੱਧੂ ਦੇ ਘਰ ਵਾਲੀ ਨੂੰ ਮੈਂ ਗੱਲ ਕਹੀ ਸੀ ਤੁਸੀਂ ਕਾਂਗਰਸ ਪਾਰਟੀ ਛੱਡ ਕੇ ਜਾਓ, ਬਿਨਾਂ ਸ਼ਰਤ ਤੋਂ, ਬਿਨਾਂ ਲਾਲਚ ਤੋਂ ਤੁਹਾਡੇ ਨਾਲ ਤੁਰਾਂਗੇ। ਅਸੀਂ ਕਾਂਗਰਸ ਪਾਰਟੀ ਦੇ ਵਿੱਚ ਧਾਰ ਨਹੀਂ ਮਾਰਦੇ। ਜਿਹੜੇ ਸਾਡੇ ਪੰਜਾਬ ਦੇ ਚੱਕ ਕੇ ਨੌਜਵਾਨ ਮਰਵਾਏ, ਬੜਿਆਂ ਦੇ ਸੁਨੇਹੇ ਆਏ, ਸਿਰਫ ਔਰ ਸਿਰਫ ਜਥੇਬੰਦੀ ਇੱਕੋ ਹੀ ਆ। ਬੇਸ਼ੱਕ ਨਾਮ ਲੱਗਣਗੇ, ਕੋਈ ਅਗਰਾਹਾਂ ਜਥੇਬੰਦੀਆਂ, ਕੋਈ ਡਕਾਉਂਦਾ, ਕੋਈ ਲੱਖੋਵਾਲ ਗਰੁੱਪ, ਅਲੱਗ-ਅਲੱਗ ਗਰੁੱਪ ਨੇ। ਪਰ ਸਭ ਤੋਂ ਵੱਡੀ ਗੱਲ ਆ ਮੇਰੇ ਲਈ ਤਾਂ ਕਿਸਾਨ, ਭਾਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਮੈਂ ਤਾਂ ਉਹਦੇ ਨਾਲ ਖੜਾ ਤੇ ਉਹਦੇ ਨਾਲ ਖੜੇ ਰਹਾਂਗੇ। ਨਾ ਇਹਨਾਂ ਪਾਰਟੀ ਦੇ ਵਿੱਚ ਜਾਈਏ, ਨਾ ਜਾਣ ਦੀ ਲੋੜ ਹੈ। ਸਾਡਾ ਲੱਖਾ ਬਾਈ ਅੱਗੇ ਆਇਆ। ਅਸੀਂ ਚਾਹੁੰਦੇ ਹਾਂ ਕਿ ਮੌੜ ਤੋਂ ਜਿੱਤ ਕੇ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ 2027 ਦੇ ਵਿੱਚ ਮੁੱਖ ਮੰਤਰੀ ਹੋਵੇ। ਕਿੰਤੂ ਪਰੰਤੂ ਕਰਨ ਨੂੰ ਇੱਥੇ ਬਹੁਤ ਸਾਰੀਆਂ ਗੱਲਾਂ ਨੇਗੀਆਂ। ਗੱਲਾਂ ਬਣਾਉਂਦੇ ਨੇਗੇ ਵੀ ਲੱਖਾ ਗੈਂਗਸਟਰ ਆ, ਲੱਖਾ ਇਹ ਆ। ਇੱਥੋਂ ਆ ਕੇ ਬਾਦਲ ਵਾਲੇ ਬੋਲਣਗੇ, ਪਰ ਇਹ ਸਵਾਲ ਜ਼ਰੂਰ ਪੁੱਛ ਰਹੇ ਹੋ ਵੀ ਬਣਾਇਆ ਕਿਹਨੇ ਸੀਗਾ? ਮਲੂਕੇ ਨੇ ਬਣਾਇਆ ਸੀਗਾ। ਹੁਣ ਇੱਥੇ ਕੋਈ ਮੰਨ ਕੇ ਚੱਲ ਕਿਸੇ ਦੀ ਇੱਥੇ ਪੁੱਛ ਗਿੱਛ ਹੋ ਗਈ, ਇੱਥੇ 15-16 ਸਾਲ ਦਾ ਕੋਈ ਨੌਜਵਾਨ ਹੈ, ਉਹਨੂੰ ਕਹਿ ਦਾਂਗੇ ਤੈਨੂੰ ਥਾਣੇ 'ਚ ਮੈਂ ਛੁਡਾ ਲਊਂਗਾ, ਤੂੰ ਇਹਦੇ ਕੁੱਟਿਆ, ਆਹ ਕਰ ਲਾ, ਉਹ ਕਰ ਲਾ। ਉਹ ਨੌਜਵਾਨ ਜਿੱਧਰ ਮਰਜ਼ੀ ਪਿੱਛੇ ਲਾ ਲਓ ਲੱਗ ਜਾਂਦੇ ਨੇਗੇ। ਪਰ ਬਣਾਉਣ ਵਾਲੇ ਵੀ ਤਾਂ ਇਹੀ ਨੇਗੇ। ਅੱਜ ਲੱਖਾ ਚੰਗੇ ਪਾਸੇ ਤੁਰਿਆ, ਚੰਗੇ ਰਸਤੇ ਤੁਰਿਆ ਹੋਇਆ, ਪੰਜਾਬ ਲਈ ਆਪਣੀ ਜਾਨ ਤਲੀ ਦੇ ਧਰ ਕੇ ਚੱਲਿਆ ਹੋਇਆ, ਪੰਜਾਬ ਲਈ ਆਪਣੀ ਜਾਨ ਤਲੀ ਦੇ ਧਰ ਕੇ ਚੱਲਿਆ ਹੋਇਆ। ਤੁਹਾਡਾ ਆਪਣਾ ਸਾਰਿਆਂ ਦਾ ਹੱਕ ਬਣਦਾ ਹੈ ਕਿ ਸੱਚੇ ਬੰਦੇ ਨਾਲ ਖੜੀਏ ਤੇ ਉਹਦਾ ਸਾਥ ਦਈਏ। ਤੇ ਹੋਰ ਕੋਈ ਹੈਗਾ ਕੋਈ ਗੱਲਬਾਤ ਕਰਨ ਵਾਲਾ ਹੈ? ਆ ਗਿਆ ਖਾਲਸਾ। ਤੇ ਬਸ ਤੁਹਾਡੇ ਅੱਗੇ ਇੰਨੀਆਂ ਕੁ ਬੇਨਤੀਆਂ ਕਰਨੇ ਸੀਗੀਆਂ ਵੀਰੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੱਲਾ ਬੰਦਾ ਪਹਿਰਾ ਦੇ ਕੇ ਲੱਖੇ ਨੂੰ ਆਪਾਂ ਇੱਥੋਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਜਿਤਾਈਏ, ਜਿਤਾ ਕੇ ਲੱਖੇ ਸਾਡੇ ਨੂੰ ਵਿਧਾਨ ਸਭਾ ਭੇਜੀਏ। ਇੱਥੇ ਕਾਂਗਰਸੀ ਅਕਾਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਦੁਬਾਰੇ ਵੀ ਇੱਥੇ ਆ ਕਹਿਣਗੇ ਲੱਖਾ ਸਾਡਾ ਆਜ਼ਾਦ ਜਿੱਤ ਕੇ ਕੀ ਕਰੂਗਾ। ਲੱਖਾ ਸਧਾਣਾ ਮੈਂ ਚੈਲੰਜ ਕਰਦਾ, ਸਾਡੀ ਟੀਮ ਚੈਲੰਜ ਕਰਦੀ ਹੈ ਜੇ ਅਸੀਂ ਹੁਣ ਵੀ ਕਿਸੇ ਨੂੰ ਅਸੀਂ ਹੁਣ ਬਾਣੀ ਪਾ ਸਕਦੇ ਹਾਂ। ਜਦੋਂ ਲੱਖਾ ਸਧਾਣਾ ਜਿੱਤ ਕੇ ਐਮਐਲਏ ਬਣ ਗਿਆ, ਪਾਵਰ ਆ ਗਈ, ਤਾਂ ਅਸੀਂ ਕਿਸੇ ਨੂੰ ਵੀ ਮੂਹਰੇ ਲਾ ਸਕਦੇ ਹਾਂ। ਹੁਣ ਵੀ ਮੈਂ ਚੈਲੰਜ ਕਰਦਾ ਵੀ ਇੱਥੋਂ ਜਿਹੜਾ ਵੀ ਆਮ ਆਦਮੀ ਪਾਰਟੀ ਦਾ, ਜਿਹੜਾ ਵੀ ਕੋਈ ਬਾਦਲਾਂ ਦਾ, ਜਿਹੜਾ ਵੀ ਕੋਈ ਕਾਂਗਰਸ ਦਾ ਖੜਾ ਤਾਂ ਸਾਡੇ ਨਾਲ ਕਿਸੇ ਵੀ ਕੰਮ ਦੀ ਕੋਈ ਚੈਲੰਜ ਕਰ ਲੈ ਵੀ ਆਹ ਕੰਮ ਵੀ ਜਾਂ ਤਾਂ ਅਸੀਂ ਕਰਾ ਕੇ ਦਿਖਾਉਣਾ ਜਾਂ ਲੱਖਾ ਕਰਾ ਕੇ ਦਿਖਾਊਗਾ। ਹੁਣ ਵੀ ਉਹਨਾਂ ਤੋਂ ਕੋਈ ਕੰਮ ਹੋਣਾ ਨਹੀਂ ਤੇ ਸਾਡੀ ਟੀਮ ਲੱਖਾ ਬਾਈ ਪਹਿਲਾਂ ਕਰਵਾ ਕੇ ਮਾਰੂਗਾ ਕੋਈ ਵੀ ਕੰਮ। ਜਿਹੜੇ ਕਹਿੰਦੇ ਨੇ ਵੀ ਲੱਖਾ ਜਾਣਾ ਜਾ ਜਿੱਤ ਕੇ ਕੀ ਕਰੂਗਾ, ਇੱਥੇ ਆ ਕੇ ਬੋਲਣਗੇ ਇਹ ਗੱਲ। ਇਸ ਕਰਕੇ ਆਪਾਂ ਹੁਣ ਜਿਤਾ ਕੇ ਆਪਾਂ ਭੇਜ ਦਈਏ। ਬੇਬੇ ਤਿਆਰ ਹੋ? ਬੇਬੇ ਕੰਮ ਕਰਨਾ ਤੁਸੀਂ ਬੇਬੇ ਬਣ ਕੇ। ਹੁਣ ਤੁਹਾਨੂੰ ਮੈਂ ਜ਼ਿੰਮੇਵਾਰੀ ਲਾ ਕੇ ਜਾਣਾ, ਮਾਮਾ ਸਾਡੇ ਬੇਬੇ ਵਰਗਿਆਂ ਨੂੰ ਬਾਈ ਦਾ, ਕਿਉਂਕਿ ਮੁੰਡੇ ਦਾ ਸਾਡੇ ਨੌਜਵਾਨ ਹੈਗੇ ਨੇਗੇ, ਇਹ ਤਾਂ ਸਾਂਭ ਲੈਣਗੇ। ਬੇਬੇ ਤੁਸੀਂ ਕੀ ਕੰਮ ਕਰਨਾ? ਤੁਹਾਡੀ ਇੱਕ ਡਿਊਟੀ ਹੈ, ਰੋਜ਼ 10 ਬੇਬੇ ਨਾਲ ਇੱਕ ਟੀਮ ਜੀ ਬਣਾ ਲਓ। ਟੀਮ ਬਣਾ ਕੇ ਰੋਜ਼ ਪਿੰਡ ਦੇ ਵਿੱਚ ਗੇੜਾ ਕੱਢ ਕੇ ਆਇਆ ਕਰੋ, ਠੀਕ ਹੈ? ਇੱਕ ਕੋਈ ਵੀ ਬਾਦਲਾਂ ਵਾਲਾ ਆਉਂਦਾ, ਕੋਈ ਵੀ ਕਾਂਗਰਸ ਵਾਲਾ ਆਉਂਦਾ, ਕੋਈ ਵੀ ਆਉਂਦਾ ਤਾਂ ਡਟ ਕੇ ਕਰਿਓ ਵਿਰੋਧ। ਤੇ ਲੱਖੇ ਬਾਰੇ ਦੱਸਦੇ ਵੀ ਸਾਡੇ ਮੁੰਡੇ ਨੇ ਆਹ ਕੰਮ ਕੀਤੇ ਹੋਏ ਨੇਗੇ। ਲੱਖੇ ਨੇ ਕਿੰਨਾ ਕੁੜੀਆਂ ਦੇ ਘਰ ਵਸਾਏ। ਲੱਖੇ ਦੇ ਉੱਪਰ ਕਿਸਾਨੀ ਅੰਦੋਲਨ ਨੂੰ ਕੀ ਦੇਣਾ, ਮਜ਼ਦੂਰਾਂ ਨੂੰ ਕੀ ਦੇਣਾ, ਇਹ ਲੱਖੇ ਦੇ ਕੰਮ ਸਾਰੇ ਤੁਸੀਂ ਦੱਸ ਕੇ ਆਇਆ ਕਰੋ, ਠੀਕ ਆ? ਬੇਬੇ ਹੱਥ ਖੜੇ ਕਰਕੇ ਦੱਸੋ ਮੈਨੂੰ ਬੇਬੇ ਬਣ ਕੇ। ਹੁਣ ਤੁਹਾਡੀ ਮੈਂ ਡਿਊਟੀ ਲੈ ਕੇ ਜਾਣਾ ਭੈਣ ਬਣ ਕੇ, ਠੀਕ ਹੈ? ਤੁਹਾਡੇ ਪਿੰਡ ਦੇ ਵਿੱਚ 8-9 ਹਜ਼ਾਰ ਵੋਟ ਹੈ, ਲੱਖੇ ਨੂੰ ਘੱਟੋ ਘੱਟ 6-7 ਹਜ਼ਾਰ ਵੋਟ ਬਣੀ ਚਾਹੀਦੀ ਹੈ, ਠੀਕ ਆ ਬੇਬੇ? ਪੱਕਾ? ਦੇਖ ਲਓ ਕਿਤੇ ਹੁਣ ਉਹੀ ਨਾ ਕਹਿੰਦੇ ਸਾਡੀ ਪੰਥ ਵਾਲੀ ਤੱਕੜੀ, ਅਸੀਂ ਉਸ ਨੂੰ ਵੋਟਾਂ ਪਾਵਾਂਗੇ। ਤੱਕੜੀ ਨੇ ਚਿੱਟਾ ਹੀ ਤੋਲਿਆ ਹੁਣ ਤੱਕ। ਆ ਬਾਦਲ ਇਹਨਾਂ ਦਾ ਖੁੰਡ ਹੁਣ ਫੇਰ ਕੱਢ ਲਿਆ ਉਹਨਾਂ ਨੇ। ਬਾਦਲ ਮਰਨ ਕਿਨਾਰੇ ਹੋਇਆ ਪਿਆ, ਫੇਰ ਤੁਰਿਆ ਫਿਰਦਾ ਇੱਧਰ ਆਇਆ। ਬਾਦਲ ਮਰਨ ਵਾਲਾ ਸਿਵਾਂ 'ਚ ਲੱਤਾਂ ਨੇਗੀਆਂ, ਉਹ ਸੁਖਦੇਵ ਸਿੰਘ ਢੀਂਡਸੇ ਦੇ ਸਿਵਾਂ 'ਚ ਲੱਤਾਂ ਨੇਗੀਆਂ। ਉਧਰ ਜਿਹੜਾ ਖੁੰਡਾ ਉਹ ਬੀਬੀ ਰਜਿੰਦਰ ਕੌਰ ਭੱਠਲ ਦੇ ਸਿਵਾਂ 'ਚ ਲੱਤਾਂ ਨੇ, ਉਹ ਸਿਵਾਂ 'ਚ ਲੱਤਾਂ ਨੇ ਇਹਨਾਂ ਦੀਆਂ। ਹਜੇ ਪੰਜਾਬ ਦੀ ਰਾਜਨੀਤੀ ਨਹੀਂ ਛੱਡ ਰਹੇ। ਉਹ ਨੌਜਵਾਨਾਂ ਨੂੰ ਕੁਝ ਕਰ ਲੈਣ ਦਿਓ। ਜੇ ਨੌਜਵਾਨ ਕੁਝ ਅੱਗੇ ਆਏ ਨੇ ਤਾਂ ਨੌਜਵਾਨਾਂ ਨੂੰ ਕੁਝ ਕਰ ਲੈਣ ਦਿਓ, ਪੰਜਾਬ ਦਾ ਬਦਲਾਅ ਕਰ ਲੈਣ ਦਿਓ। ਤੁਸੀਂ ਗਦਾਰ ਹੋ, ਪੰਜਾਬ ਦੇ ਗਦਾਰ। ਦਿੱਲੀ ਦੇ ਵਿੱਚੋਂ ਨਿਕਲਿਆ ਹੋਇਆ ਕੋਈ ਬੰਦਾ ਪੰਜਾਬ ਦਾ ਭਲਾ ਨਹੀਂ ਕਰ ਸਕਦਾ ਬੇਬੇ। ਦਿੱਲੀ ਹਮੇਸ਼ਾ ਪੰਜਾਬ ਦੀ ਦੁਸ਼ਮਣ ਰਹੀ ਹੈ ਤੇ ਰਹਿਣੀ ਆ। ਜਿੰਨੇ ਵੀ ਇਹ ਦਿੱਲੀ ਤੋਂ ਚੱਲਦੇ ਨੇਗੇ, ਜਿੰਨੇ ਵੀ ਚੱਲਦੇ ਨੇਗੇ, ਤੁਹਾਨੂੰ ਇਹ ਲੱਗਦਾ ਕੀ ਬਾਦਲਾਂ ਦਾ ਗੱਠਜੋੜ ਟੁੱਟ ਗਿਆ? ਇੱਥੇ ਆ ਕੇ ਬੋਲਣਗੇ, ਬਾਦਲਾਂ ਵਾਲੇ ਬੋਲਣਗੇ, ਉਹਨਾਂ ਦਾ ਗੱਲ ਦਾ ਜਵਾਬ ਦੇ ਦਿਓ। ਬਾਦਲ ਵਾਲੇ ਪਤਾ ਕੀ ਆ ਕੇ ਕਹਿਣਗੇ? ਅਸੀਂ ਕਿਸਾਨਾਂ ਦੇ ਲਈ ਸਾਡੀ ਹਰਸਿਮਰਤ ਕੌਰ ਬਾਦਲ ਨੇ ਤਸੀਫਾ ਦਿੱਤਾ। ਇਹ ਗੱਲ ਕਹਿਣਗੇ ਇੱਥੇ ਆ ਕੇ, ਅਸੀਂ ਭਾਜਪਾ ਦੇ ਨਾਲ ਗੱਠਜੋੜ ਤੋੜਿਆ। ਮੈਂ ਇਸ ਚੀਜ਼ ਦਾ ਤੁਹਾਨੂੰ ਜਵਾਬ ਦਿੰਦਾ ਬੇਬੇ, ਗੱਲ ਧਿਆਨ ਨਾਲ ਸੁਣ ਲਿਓ ਬਾਪੂ। ਇਹ ਕਹਿੰਦੇ ਵੀ ਅਸੀਂ
ਬਾਦਲ ਵਾਲੇ ਕਹਿੰਦੇ ਬਾਦਲ ਲਾਣਾ ਕਹਿੰਦਾ ਅਸੀਂ ਭਾਜਪਾ ਦੇ ਨਾਲੋਂ ਗੱਠਜੋੜ ਤੋੜ ਲਿਆ। ਜਦੋਂ ਅਸੀਂ ਲੱਖੇ ਦੀ ਜ਼ਮਾਨਤ ਕਰਾਉਂਦੇ ਸੀ ਨਾ, ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਖੜੇ ਸੀਗੇ। ਮਨਜਿੰਦਰ ਸਿੰਘ ਸਰਸੇ ਨੂੰ ਮੈਂ ਸਵਾਲ ਕਰਿਆ, ਇੱਕ ਮੈਨੂੰ ਸਾਡੇ ਮੁੰਡੇ ਕਹਿੰਦੇ ਨਾ ਕਰ ਯਾਰ, ਕਹਿੰਦਾ ਆਪਣਾ, ਕਹਿੰਦਾ ਆਪਣੇ ਨਾਲ ਤੁਰਿਆ। ਮੈਂ ਸਰਸਾ ਸਾਹਿਬ ਨੂੰ ਸਵਾਲ ਕਰਿਆ, ਮਨਜਿੰਦਰ ਸਿੰਘ ਸਰਸਾ ਤੁਹਾਨੂੰ ਪਤਾ ਕੌਣ ਆ? ਬਾਦਲਾਂ ਦਾ ਸਭ ਤੋਂ ਵੱਡਾ ਬੰਦਾ ਮਨਜਿੰਦਰ ਸਿੰਘ ਸਰਸਾ। ਉਹਨੂੰ ਮੈਂ ਸਵਾਲ ਕਰਿਆ, ਮੈਂ ਕਿਹਾ ਸਰਸਾ ਸਾਹਿਬ ਤੁਹਾਡਾ ਕਿਸਾਨੀ ਅੰਦੋਲਨ ਲਈ ਬਹੁਤ ਵੱਡੀ ਦੇਣ ਆ, ਪਰ ਤੁਸੀਂ ਬਾਦਲਾਂ ਦਾ ਖੜਾ ਛੱਡ ਦਿਓ। ਉਹ ਕਹਿੰਦਾ ਸੁਖਬੀਰ ਬਾਦਲ ਤੇ ਬਾਦਲਾਂ ਤੋਂ ਵੱਡਾ ਕੋਈ ਪੰਜਾਬ ਦਾ ਵਿੱਚ ਲੀਡਰ ਹੈ ਨਹੀਂ। ਕਹਿੰਦਾ ਮੈਂ ਮਰਨੀ ਮਰ ਜੂ। ਗੁਰੂ ਘਰ ਦੇ ਵਿੱਚ ਇਹ ਖੜ ਕੇ ਗੱਲ ਕਹੀ ਸੀ, ਕਹਿੰਦਾ ਮੈਂ ਸੁਖਬੀਰ ਬਾਦਲ ਦਾ ਬਾਦਲਾਂ ਦਾ ਕਦੇ ਖੜਾ ਨਹੀਂ ਛੱਡ ਸਕਦਾ। ਅੱਜ ਉਹ ਮਨਜਿੰਦਰ ਸਿੰਘ ਸਰਸਾ ਕਿੱਥੇ ਗਿਆ? ਭਾਜਪਾ ਦੇ ਵਿੱਚ ਹੈ। ਭਾਜਪਾ ਦੇ ਵਿੱਚ ਗਿਆ, ਭਾਜਪਾ ਨੇ ਉਹਨੂੰ ਜੱਟ ਸਿਕਿਉਰਿਟੀ ਦੇਤੀ। ਹੁਣ ਜਿਹੜਾ ਬੰਦਾ ਕਹਿੰਦਾ ਮੈਂ ਸੁਖਬੀਰ ਬਾਦਲ ਤੋਂ ਗੁਰੂ ਘਰ ਦੇ ਵਿੱਚ ਖੜ ਕੇ ਕਹਿੰਦਾ ਮੈਂ ਸਾਹ ਨਹੀਂ ਲੈਂਦਾ, ਮੇਰੇ ਤੋਂ ਚੰਗਾ ਸੁਖਬੀਰ ਬਾਦਲ ਦੇ ਲਈ ਕੋਈ ਲੀਡਰ ਨਹੀਂ। ਹੁਣ ਉਹ ਸੁਖਬੀਰ ਬਾਦਲ ਤੋਂ ਬਿਨਾਂ ਪੁੱਛੇ ਚਲਾ ਗਿਆ ਭਾਜਪਾ ਦੇ ਵਿੱਚ। ਸਭ ਤੋਂ ਵੱਡਾ ਸਵਾਲ ਆ ਬੇਬੇ, ਬਾਦਲਾਂ ਵਾਲਾ ਇੱਥੇ ਆ ਕੇ ਝੂਠ ਬੋਲੀ ਜਾਂਦਾ ਬਾਦਲਾਂ ਦਾ ਲਾਣਾ। ਇੱਕ ਅੱਜ ਵੀਡੀਓ ਵਾਇਰਲ ਹੋਈ ਹੈ ਬਾਦਲਾਂ ਦੇ ਲਾਣੇ ਦੀ, ਕੀ ਆ ਨਾਮ ਉਹਦਾ, ਜਥੇਦਾਰ ਹੈ ਇੱਕ ਅੰਮ੍ਰਿਤਸਰ ਦਾ ਬੜਾ ਤਕੜਾ ਲਾਇਆ ਹੋਇਆ, ਖੱਡਾ ਲਾਉਂਦਾ ਸੀਗਾ। ਉਹ ਵੀਡੀਓ ਦੇ ਵਿੱਚ ਕਹਿ ਰਿਹਾ, ਕਿਸੇ ਮੰਨ ਕੇ ਚੱਲ ਔਰਤ ਨੂੰ ਕਾਲ ਤੇ ਕਹਿ ਰਿਹਾ ਵੀ ਕਹਿੰਦਾ ਆਪਣੀ ਸਰਕਾਰ ਆ ਜਾਣ ਦੇ, ਜਿੰਨੇ ਰੇਤੇ ਦੇ ਖੱਡਾਂ ਨੇ ਕੁਛ ਕਹਿੰਦਾ ਤੈਨੂੰ ਮੈਂ ਦੇ ਦੂੰ, ਕੁਛ ਕਹਿੰਦਾ ਮੈਂ ਰੱਖੂਗਾ, ਜਿੰਨਾ ਮੰਨ ਕੇ ਚੱਲ ਰੇਤੇ ਖੱਡਾਂ ਨੇ ਗੀਆਂ ਉਹਨਾਂ ਠੇਕਾ ਆਪਣੇ ਕੋਲੇ ਹੋਊਗਾ। ਸਿੰਘਾ ਉਹਦਾ ਨਾਮ, ਬੜਾ ਵੱਡਾ ਉਹਨਾਂ ਦਾ ਅਕਾਲੀਆਂ ਦਾ ਵਰਕਰ ਹੈ। ਵੀਡੀਓ ਵਾਇਰਲ ਹੋ ਗਿਆ, ਸੁਣ ਲਿਓ ਆਹ ਸੋਚ ਦੇ ਲਾਣੇ ਦੀ। ਫਿਰ ਕਾਂਗਰਸ ਵਾਲੇ ਆ ਜਾਓ, ਬੇਬੇ ਹੈ ਬੇਬੇ ਮੈਂ ਤੁਹਾਨੂੰ ਦੱਸਦਾ, ਆ ਚੰਨੀ ਬਣ ਗਿਆ, ਚੰਨੀ ਮੁੱਖ ਮੰਤਰੀ ਬਣ ਗਿਆ। ਚੰਨੀ ਕਹਿੰਦੇ ਵੀ ਮਜ਼ਦੂਰਾਂ ਦਾ ਮੁੱਖ ਮੰਤਰੀ ਹੈ। 36,000 ਜਿਹੜੀ ਕਹਿੰਦਾ ਨੌਕਰੀ ਵੱਡੇ ਵੱਡੇ ਫਲੈਕਸ ਬੋਰਡ ਕਢਾ ਕੇ ਲਾਏ ਪਏ ਨੇ, ਤੁਸੀਂ ਨੌਜਵਾਨਾਂ ਨੂੰ 36,000 ਨੌਕਰੀ ਦੇਤੀ, ਇੱਕ ਨੂੰ ਵੀ ਨੌਕਰੀ ਨਹੀਂ ਮਿਲੀ। ਇੱਕ ਨੂੰ ਵੀ ਜਾਣ ਕੇ ਸਟੇ ਕਰਾਈ ਗਿਆ, ਜਾਣ ਕੇ ਡਰਾਮਾ ਕੀਤਾ ਗਿਆ ਪੰਜਾਬ ਦੇ ਲੋਕਾਂ ਦੇ ਨਾਲ। 36,000 ਨੌਕਰੀ ਵਾਲਾ ਜਾਣ ਬੁੱਝ ਕੇ ਡਰਾਮਾ ਕੀਤਾ ਗਿਆ, ਪਤਾ ਸੀਗਾ ਵੀ ਚੋਣ ਸਟੰਟ ਹੈ। ਤੀਜੇ ਦਿਨ ਐਲਾਨ ਤੇ ਐਲਾਨ, ਤੀਜੇ ਦਿਨ ਐਲਾਨ ਤੇ ਐਲਾਨ। ਕੋਈ ਐਲਾਨ ਸਿਰੇ ਵੀ ਤਾਂ ਚੜਿਆ, ਕੋਈ ਐਲਾਨ ਸਿਰੇ ਚੜਿਆ, ਕੋਈ ਵੀ ਐਲਾਨ ਸਿਰੇ ਚੜਿਆ ਹੋਵੇ। ਜਾਣ ਕੇ ਉਧਰ ਰਾਜਪਾਲ ਨੂੰ ਉਹਦੇ ਤੇ ਸਿਰਤਾ ਸੀਗਾ, ਜਿਹੜਾ ਆਪਣਾ ਰਾਜਪਾਲ ਹੈ ਉਹਦੇ ਤੇ ਗੱਲ ਸਿਰਤੀ ਕਰਾ, ਜਾਣ ਕੇ ਫੈਲ ਨਹੀਂ ਮੇਰੀ ਪੁੱਟ ਕਰ ਰਿਹਾ। ਉਹ ਕਹਿੰਦਾ ਵੀ ਇਹ ਨਹੀਂ ਜਾਣ ਕੇ ਕਰ ਰਿਹਾ, ਇਹ ਨਹੀਂ ਕੰਮ ਕਰ ਰਿਹਾ ਚੰਨੀ, ਕਿਤੇ ਧਾਰਾਂ ਚੋਲੀਆਂ। ਹੁਣ ਗੱਲ ਇਹ ਆ ਕਿਤੇ ਉਹ ਥੋੜੇ ਦਿਨਾਂ ਨੂੰ ਕੱਖ ਵੀ ਪਾਉਣਗੇ। ਹੁਣ ਤਾਂ ਜਵਾਕਾਂ ਦੀਆਂ ਲਾਲਾਂ ਵੀ ਝੜਦੇ ਤੁਰੇ ਫਿਰਦੇ ਨੇਗੇ। ਪਤਾ ਵੀ 6 ਮਹੀਨੇ ਕੰਮ ਕਰਨਾ ਹੁੰਦਾ, 4.5 ਸਾਲ ਕੋਈ ਕੰਮ ਨਹੀਂ ਕਰਨਾ ਜਦੋਂ ਕੋਈ ਵੀ ਬਣ ਗਿਆ। ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਵੀ ਉਹ ਜਿਹੜਾ ਕਹਿੰਦੇ ਮਜ਼ਦੂਰਾਂ ਦਾ ਮੁੱਖ ਮੰਤਰੀ ਆ ਨਾ, ਵੀ ਦਲਤਾਂ ਨਾਲ ਬਹਿ, ਦਲਤ ਸ਼ਬਦ ਵਰਤਣਾ ਨਹੀਂ ਚਾਹੀਦਾ। ਇਹਨਾਂ ਨੇ ਜਾਤਾਂ ਪਾਤਾਂ ਦੇ ਧਰਮ ਸ਼ਬਦ ਇਹਨਾਂ ਨੇ ਬਣਾਏ ਨੇਗੇ। ਦਲਤ ਜਾਂ ਜਾਤਾਂ ਪਾਤਾਂ ਕੁਛ ਨਹੀਂ ਹੈਗੀਆਂ। ਜੇ ਜਾਤਾਂ ਪਾਤਾਂ ਦੀ ਗੱਲ ਕਰੀਏ, ਗੁਰੂ ਰਵਿਦਾਸ ਟਾਈਮ ਦੀ ਗੱਲ ਕਰੀਏ ਤੇ ਜਾਤਾਂ ਪਾਤਾਂ ਦੇ ਵਿੱਚ ਉਦੋਂ ਸਾਨੂੰ ਪੰਡਤਾਂ ਨੇ ਵੰਡਿਆ ਸੀਗਾ, ਉਦੋਂ ਸਾਨੂੰ ਧਰਮਾਂ ਦੇ ਵਿੱਚ ਪੰਡਤਾਂ ਨੇ ਵੰਡਿਆ ਸੀਗਾ। ਜਿਹੜੇ ਪੜ੍ਹੇ ਲਿਖੇ ਲੋਕਾਂ ਨੇ ਉਦੋਂ ਵੀ ਸਾਨੂੰ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਹੁਣ ਇਹਨਾਂ ਰਾਜਨੀਤਿਕ ਲੀਡਰਾਂ ਨੇ ਸਾਨੂੰ ਜਾਤਾਂ ਦੇ ਵਿੱਚ ਵੰਡਿਆ ਹੋਇਆ। ਕੋਈ ਕਿਸਾਨ ਆ, ਕੋਈ ਮਜ਼ਦੂਰ ਆ, ਇਕੱਠੇ ਹੋ ਕੇ ਆਪਾਂ ਕਿਸਾਨ ਤੇ ਮਜ਼ਦੂਰ ਲੜਾਈ ਲੜੀਏ। ਇਸ ਕਰਕੇ ਤੁਹਾਡੇ ਅੱਗੇ ਇੰਨੇ ਬੇਨਤੀ ਨੇ। ਹੁਣ ਬਾਈ ਰਾਜ ਖਾਲਸੇ ਨੇ ਬੋਲਣਾ ਤੁਹਾਡੇ ਅੱਗੇ, ਤੇ ਲੱਖਾ ਬਾਈ ਤੁਹਾਡੇ 'ਚ ਪਹੁੰਚ ਚੁੱਕਿਆ। ਨਾਲੇ ਲਾ ਦੇਣਾ, ਲੱਖਾ ਸਦਾਣਾ, ਲੱਖਾ ਸਦਾਣਾ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਹੁਣ ਇੱਕ ਵਾਰੀ ਬਸ ਮੈਨੂੰ ਲਾਸਟ ਗੱਲ ਆ, ਇਹ ਤੋਂ ਬਾਅਦ ਜੇ ਰਾਜ ਖਾਲਸੇ ਨੇ ਬੋਲਣਾ, ਬਸ ਮੈਨੂੰ ਇੱਕ ਵਾਰੀ ਹੱਥ ਖੜੇ ਕਰਕੇ ਇੱਕ ਗੱਲ ਦੱਸ ਦਿਓ ਵੀ ਲੱਖੇ ਸਦਾਣੇ ਦੇ ਨਾਲ ਵੋਟ ਕਿਸਾਨੀ ਦੇ ਨਾਰੇ ਵੀ ਲਾਉਣਾ। 1 ਮਿੰਟ ਮੈਨੂੰ ਹੱਥ ਖੜੇ ਕਰਾ ਕੇ ਪਹਿਲਾਂ ਬਾਪੂ ਨੂੰ, ਕਿਸੇ ਨੇ ਝੂਠਾ ਹੱਥ ਖੜਾ ਨਹੀਂ ਕਰਨਾ, ਬੇਸ਼ੱਕ ਝੂਠਾ ਹੱਥ ਕਿਸੇ ਨੇ ਖੜਾ ਨਹੀਂ ਕਰਨਾ। ਸਤਿ ਸ੍ਰੀ ਅਕਾਲ। ਕਿਸੇ ਨੇ ਝੂਠਾ ਹੱਥ ਖੜਾ ਨਹੀਂ ਕਰਨਾ। ਜਿਹੜਾ ਲੱਖੇ ਦੇ ਨਾਲ ਆ, ਸੱਚੇ ਦਿਲੋਂ ਹੱਥ ਖੜਾ ਕਰਕੇ ਹੱਥ ਖੜਾ ਕਰ ਦੋ। ਕਿਸੇ ਨੇ ਝੂਠਾ ਹੱਥ ਖੜਾ ਨਹੀਂ ਕਰਨਾ। ਹੁਣ ਠੋਕ ਕੇ ਪਹਿਰਾ ਦੇਣਾ, ਠੀਕ ਹੈ। ਹੁਣ ਰਾਜ ਖਾਲਸਾ ਬੋਲੂਗਾ ਮੇਰਾ ਭਰਾ, ਤੇ ਉਸ ਤੋਂ ਬਾਅਦ ਲੱਖਾ ਬੋਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਛੱਡ ਦੋ, ਬੋਲੇ ਸੋਨਿਆ, ਕਿਸਾਨ ਮਜ਼ਦੂਰ ਏਕਤਾ, ਲੱਖਾ ਸਦਾਣਾ। ਬਹੁਤ ਬਹੁਤ ਧੰਨਵਾਦ। ਆ ਜਾ ਰਾਜ। ਬੈਠੋ ਬਾਈ, ਬੈਠੋ। ਪੰਡਾਲ ਦੇ ਵਿੱਚ ਬੈਠੀਆਂ